ਸਤਿ ਸ਼੍ਰੀ ਅਕਾਲ ਜੀ। ਮੈਂ ਪੁਨੀਤ ਇੱਕ ਵਾਰੀ ਫਿਰ ਤੋਂ ਜੁੜ ਗਏ ਹਾਂ ਤੁਹਾਡੇ ਨਾਲ। ਆਪਣੇ ਵੱਲੋਂ ਕੋਸ਼ਿਸ਼ ਰਹੀ ਹੈ ਕਿ ਵੱਖ-ਵੱਖ ਪਰਸਨੈਲਿਟੀਜ਼ ਦੇ ਨਾਲ ਤੁਹਾਨੂੰ ਰੂਬਰੂ ਕਰਵਾਈਏ, ਤੁਹਾਡਾ ਤਾਰੁਫ ਕਰਾਈਏ। ਬਹੁਤ ਸਾਰੀਆਂ ਹਸਤੀਆਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਿ ਤਾਰੁਫ ਦੀਆਂ ਮੁਹਤਾਜ ਨਹੀਂ ਹੁੰਦੀਆਂ, ਪਰ ਇਸ ਵਕਤ ਦੇ ਉੱਤੇ ਜਿਹੜੇ ਭਾਵੇਂ ਕਿਸੇ ਪੋਲੀਟੀਕਲ ਇਨਸਾਨ ਨੂੰ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ, ਕਿਸੇ ਸਿਆਸੀ ਹਸਤੀ ਨੂੰ ਲੈ ਕੇ ਆ ਰਹੇ ਹਾਂ, ਕਿਸੇ ਪੁਲਿਸ ਮਹਿਕਮੇ ਦੇ ਕਿਸੇ ਨੂੰ ਲੈ ਕੇ ਆ ਰਹੇ ਹਾਂ, ਜਾਂ ਫਿਰ ਲਿਟਰੇਚਰ ਨਾਲ ਜੁੜੇ ਕਿਸੇ ਨੂੰ ਲੈ ਕੇ ਆ ਰਹੇ ਹਾਂ, ਉਸ ਦਾ ਮਕਸਦ ਸਿਰਫ ਤੇ ਸਿਰਫ ਇਹੀ ਹੈ ਕਿ ਅਸੀਂ ਪੋਜ਼ਿਟਿਵਿਟੀ ਕ੍ਰੀਏਟ ਕਰਨਾ ਚਾਹੁੰਦੇ ਹਾਂ ਤੇ ਤਾਜ਼ਾ ਹਾਲਾਤ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ। ਤੇ ਕਿਤੇ ਕਿਤੇ ਮੰਤਵ ਜਿਹੜਾ ਹੈ ਉਹ ਥੋੜਾ ਹੋਰ ਵਾਸਟ ਹੋ ਜਾਂਦਾ ਸਾਡਾ, ਤੇ ਉਹ ਵਾਸਟ ਮੰਤਵ ਇਹ ਕਹਿੰਦਾ ਕਿ ਅਸੀਂ ਉਹਨਾਂ ਲੋਕਾਂ ਦੀ ਜ਼ਿੰਦਗੀ ਤੋਂ, ਉਹਨਾਂ ਜ਼ਹੀਨ ਲੋਕਾਂ ਦੀ ਜ਼ਿੰਦਗੀ ਤੋਂ ਕੁਝ ਐਗਜ਼ਾਮਪਲਸ ਲਈਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੰਡਾਇਆ ਹੈਗਾ। ਕਿਉਂਕਿ ਇਸ ਵਕਤ ਤੇ ਸਾਡੇ ਕੋਲ ਵਕਤ ਹੈ, ਅਸੀਂ ਸੋਚ ਸਕਦੇ ਹਾਂ, ਅਸੀਂ ਸੈਲਫ ਐਨਾਲਿਸਿਸ ਕਰ ਸਕਦੇ ਹਾਂ, ਅਸੀਂ ਅਧਿਐਨ ਕਰ ਸਕਦੇ ਹਾਂ। ਕੱਲ ਨੂੰ ਫਿਰ ਆਈ ਡੋਂਟ ਹੈਵ ਟਾਈਮ, ਆਈ ਐਮ ਬਿਜ਼ੀ ਵਾਲਾ ਜਿਹੜਾ ਉਹ ਰੱਟਾ ਹੈ ਉਹ ਫਿਰ ਤੋਂ ਆ ਜਾਏਗਾ, ਜ਼ਿੰਦਗੀ ਫਿਰ ਤੋਂ ਮਸਰੂਫ ਹੋ ਜਾਏਗੀ, ਸ਼ਾਇਦ ਇਹਨਾਂ ਨਹੀਂ ਸੋਚ ਸਕੀਏ। ਤੇ ਅੱਜ ਸੋਚ ਤੋਂ ਜੇ ਧੂੜ ਹਟਾਉਣੀ ਹੈ, ਲੋੜ ਹੈਗੀ ਆ, ਤਾਂ ਕਰਕੇ ਅੱਜ ਸਾਡੇ ਨਾਲ ਥੀਏਟਰ ਆਰਟਿਸਟ, ਫਿਲਮ ਆਰਟਿਸਟ ਅਨੀਤਾ ਸ਼ਬਦੀਸ਼ ਸਾਡੇ ਨਾਲ ਮੌਜੂਦ ਨੇ। ਪਹਿਲਾਂ ਸਵਾਗਤ ਕਰ ਲੈਂਦੇ ਹਾਂ, ਫਿਰ ਸਵਾਲ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਾਂਝਾ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਮੋਹ ਭਰਿਆ ਸਲਾਮ ਹੈ ਜੀ। ਅਨੀਤਾ ਜੀ, ਜਦੋਂ ਤੁਹਾਡੀ ਜ਼ਿੰਦਗੀ ਬਾਰੇ ਪੜ੍ਹੀਦਾ ਸੁਣੀਦਾ, ਜਦੋਂ ਵੀ ਇਸ ਬਾਰੇ ਕੋਈ ਗੱਲ ਨਿਕਲਦੀ ਆ, ਤੇ ਮੈਨੂੰ ਇਹ ਲੱਗਦਾ ਹੈਗਾ ਕਿ ਅਸੀਂ ਤਾਂ ਇਸ ਦਰਮਿਆਨ ਲੋਕਡਾਊਨ 'ਚ ਹੈਗੇ ਆ। ਤੁਸੀਂ ਲੋਕਡਾਊਨ ਬਹੁਤ ਪਹਿਲਾਂ ਤੋਂ ਝਾਲ ਚੱਕੇ ਹੋਏ ਹੋ। ਮਤਲਬ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਨੇ ਕੁਝ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਦਿਖਾਈਆਂ ਜਿਸ 'ਚ ਕਿ ਤੁਹਾਡਾ ਲੋਕਡਾਊਨ ਬਹੁਤ ਪਹਿਲਾਂ ਸੀ, ਪਰ ਤੁਸੀਂ ਉਸ 'ਚੋਂ ਬਾਹਰ ਨਿਕਲੇ। ਤੇ ਅੱਜ ਸਾਡਾ ਗੱਲਬਾਤ ਕਰਨ ਦਾ ਮਕਸਦ ਇਹੀ ਆ ਕਿ ਜਿਹੜੇ ਲੋਕ ਬਿਲਕੁਲ ਨਿਰਾਸ਼ ਹੋਏ ਪਏ ਨੇ, ਜਿਨ੍ਹਾਂ ਨੂੰ ਲੱਗ ਰਿਹਾ ਕਿ ਕਰੋਨਾ ਜਾਏਗਾ ਹੀ ਨਹੀਂ, ਕੁਝ ਠੀਕ ਨਹੀਂ ਹੋਏਗਾ, ਤੁਸੀਂ ਉਹਨਾਂ ਨੂੰ ਜ਼ਰੂਰ ਦੱਸੋ ਕਿ ਰਾਤ ਤੋਂ ਬਾਅਦ ਦਿਨ ਆਉਂਦਾ ਹੀ ਆਉਂਦਾ। ਬਿਲਕੁਲ ਜੀ, ਸਾਨੂੰ ਅਸੀਂ ਆਰਟਿਸਟ ਹਾਂ, ਕਲਾ ਨਾਲ ਜੁੜੇ ਹੋਏ ਹਾਂ, ਤਾਂ ਪੋਜ਼ਿਟਿਵ ਹੋ ਕੇ ਹੀ ਸੋਚਣਾ ਚਾਹੀਦਾ ਹੈ। ਔਰ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਔਖੀ ਘੜੀ ਹੈ, ਵੈਸੇ ਤਾਂ ਇਹ ਹੈ ਕਿ ਬਿਲਕੁਲ ਸਹੀ ਤੁਸੀਂ ਕਿਹਾ ਹੈ ਕਿ ਜੇ ਰਾਤ ਆਉਂਦੀ ਹੈ ਤਾਂ ਦਿਨ ਵੀ ਆਉਂਦਾ ਹੈ। ਔਖੀ ਘੜੀ ਆਈ ਹੈ ਥੋੜੀ ਦੇਰ ਲਈ, ਔਰ ਇਹ ਟਲ ਵੀ ਜਾਏਗੀ, ਖਤਮ ਵੀ ਹੋ ਜਾਏਗੀ, ਇਸ ਗੱਲ ਦੀ ਉਮੀਦ ਹੈ ਪੂਰੀ। ਔਰ ਅਸੀਂ ਬੜੇ ਕੌਨਫੀਡੈਂਟ ਹਾਂ ਇਸ ਗੱਲ ਦੇ ਪ੍ਰਤੀ। ਦੇਖੋ, ਮੁਸ਼ਕਿਲਾਂ ਦਾ ਸਾਹਮਣਾ ਸਾਰੀ ਦੁਨੀਆ ਨੂੰ ਕਰਨਾ ਪੈ ਰਿਹਾ ਹੈ, ਸਿਰਫ ਹਿੰਦੁਸਤਾਨ ਨੂੰ ਜਾਂ ਕੁਝ ਮੁਲਕਾਂ ਨੂੰ ਨਹੀਂ, ਸਾਰੀ ਦੁਨੀਆ ਨੂੰ ਕਰਨਾ ਪੈ ਰਿਹਾ ਹੈ। ਔਰ ਇਸ ਮਹਾਮਾਰੀ ਤੋਂ ਅਸੀਂ ਡਰਨਾ ਨਹੀਂ ਹੈ, ਅਸੀਂ ਇਹਦੇ ਨਾਲ ਲੜਨਾ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਘਬਰਾਉਣ ਦੀ ਲੋੜ ਹੈ। ਹਾਂ, ਫਿਕਰ ਜ਼ਰੂਰ ਹੁੰਦਾ ਹੈ, ਤਕਲੀਫ ਜ਼ਰੂਰ ਹੈਗੀ ਹੈ, ਜੋ ਹਾਲਾਤ ਸਾਨੂੰ ਦਿਖ ਰਹੇ ਨੇ, ਪਰ ਉਹਨਾਂ ਹਾਲਾਤਾਂ ਦੇ ਨਾਲ ਅਸੀਂ ਜੇ ਅਸੀਂ ਡਰ ਕੇ ਅੰਦਰ ਵੜ ਕੇ ਬੈਠ ਗਏ ਤਾਂ ਫਿਰ ਉਹ ਨਹੀਂ, ਅਸੀਂ ਪੂਰੀ ਸੂਝ ਸਮਝ ਦੇ ਨਾਲ ਅੰਦਰ ਵੜ ਕੇ ਬੈਠਣਾ ਹੈ। ਮਤਲਬ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਘਰੇ ਰਹਿਣ ਦਾ ਆਦੇਸ਼ ਦਿੱਤੇ ਗਏ ਨੇ, ਉਹਨਾਂ ਦੀ ਪਾਲਣਾ ਪ੍ਰੋਪਰ ਤਰੀਕੇ ਨਾਲ ਕਰਨੀ ਹੈ, ਤੇ ਸਾਨੂੰ ਡਰਨ ਦੀ ਲੋੜ ਨਹੀਂ ਹੈ। ਕੁਝ ਦਿਨਾਂ ਲਈ ਇਹ ਸਮੱਸਿਆ ਹੈ ਔਰ ਹੱਲ ਵੀ ਹੋ ਜਾਏਗੀ। ਜੀ ਅਨੀਤਾ ਜੀ, ਤੁਹਾਡੇ ਚਾਹੇ ਮੈਰਾਥਨ ਪਲੇਸ ਦੀ ਗੱਲ ਕਰੀਏ, ਜਿਨ੍ਹਾਂ ਦੀ ਸੀਰੀਜ਼ ਜਿਹੜੀ ਚੱਲ ਨਿਕਲੀ ਹੈ ਤੇ ਜਿਹੜੀ ਕਦੀ ਮੁੱਕੇ ਵੀ ਨਾ, ਫਿਰ ਉਸ ਤੋਂ ਬਾਅਦ ਤੁਹਾਡੇ ਨਿਰਦੇਸ਼ਨ ਦੀ ਗੱਲ ਕਰੀਏ, ਤੁਹਾਡੀ ਅਦਾਕਾਰੀ ਦੀ ਗੱਲ ਕਰੀਏ, ਕਈ ਪਲੇਸ ਤੁਸੀਂ ਕਰ ਦਿੱਤੇ ਦੇਸ਼ਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ। ਮਤਲਬ ਮੈਨੂੰ ਏਦਾਂ ਲੱਗਦਾ ਹੈਗਾ, ਕਿਉਂਕਿ ਮੇਰਾ ਵੀ ਵਾਹ ਬਹੁਤ ਸਾਰੇ ਥੀਏਟਰ ਆਰਟਿਸਟ ਨਾਲ ਵੀ ਪੈਂਦਾ, ਜਿਹੜੇ ਅਜੇ ਇਮੈਚੁਰ ਹੈਗੇ ਨੇ, ਜਿਨ੍ਹਾਂ ਨੂੰ ਬਹੁਤ ਕੁਝ ਨਹੀਂ ਆਉਂਦਾ, ਜਿਹੜੇ ਸਿੱਖ ਰਹੇ ਨੇ, ਉਹਨਾਂ ਨਾਲ ਵੀ ਪੈਂਦਾ। ਮੈਨੂੰ ਇੱਕ ਚੀਜ਼ ਸਮਝ ਆਉਂਦੀ ਹੈ ਕਿ ਜਿਹੜੇ ਥੀਏਟਰ ਵਾਲੇ ਲੋਕ ਹੁੰਦੇ ਨੇ ਉਹ ਜ਼ਿਆਦਾ ਸੈਂਸਿਟਿਵ ਹੁੰਦੇ ਨੇ ਜ਼ਿੰਦਗੀ ਨੂੰ ਲੈ ਕੇ। ਹੁਣ ਜੋ ਇੱਕ ਆਮ ਇਨਸਾਨ ਇਸ ਪੂਰੀ ਸਥਿਤੀ ਬਾਰੇ ਸੋਚ ਰਿਹਾ ਹੋਏਗਾ, ਇੱਕ ਥੀਏਟਰ ਵਾਲਾ ਇਨਸਾਨ ਉਹ ਕੁਝ ਆਪਣਾ ਹੀ ਕਰ ਰਿਹਾ ਹੋਏਗਾ ਅੰਦਰੋਂ ਅੰਦਰੀ। ਕੀ ਕੁਝ ਪ੍ਰੋਜੈਕਟ ਜਾਂ ਕੁਝ ਇਸ ਤਰ੍ਹਾਂ ਦੀ ਚੀਜ਼ ਚੱਲ ਰਹੀ ਹੈ ਜੋ ਇਸ ਵਕਤ ਦੇ ਵਿੱਚ ਤੁਸੀਂ ਕਰ ਰਹੇ ਹੋ? ਬਿਲਕੁਲ ਜੀ ਪੁਨੀਤ ਜੀ, ਮੈਂ ਇਹਨਾਂ ਦਿਨਾਂ ਦੇ ਵਿੱਚ ਜਦੋਂ ਲੋਕਡਾਊਨ ਸ਼ੁਰੂ ਹੀ ਹੋਇਆ ਸੀ, ਮੈਂ ਦੱਸ ਦੇਵਾਂ ਕਿ ਅਸੀਂ ਉਦੋਂ ਹੀ ਇਸ ਗੱਲ ਨੂੰ ਲੈ ਕੇ ਤਾਂ ਪਰੇਸ਼ਾਨ ਸੀ ਕਿ ਹੁਣ ਕੁਝ ਸਮੇਂ ਲਈ ਘਰ ਬੈਠਣਾ ਪਏਗਾ, ਪਰ ਕਲਾਕਾਰ ਕਦੇ ਵੀ ਫ੍ਰੀ ਨਹੀਂ ਬੈਠ ਸਕਦਾ। ਮੇਰਾ ਖਿਆਲ ਹੈ ਕਿ ਜਿੰਨੇ ਵੀ ਦੁਨੀਆ ਦੇ ਵਿੱਚ ਕਲਾਕਾਰ ਨੇ, ਸਾਰੇ ਆਪਣੇ ਆਪਣੇ ਲੈਵਲ ਤੇ ਕੁਝ ਨਾ ਕੁਝ ਕਰ ਰਹੇ ਨੇ। ਔਰ ਅਸੀਂ ਕੋਸ਼ਿਸ਼ ਕੀਤੀ ਹੈ, ਮੈਂ 13 ਅਪ੍ਰੈਲ ਨੂੰ ਵਿਸਾਖੀ ਵਾਲਾ ਦਿਨ ਹੁੰਦਾ ਹੈ, ਤੇ ਉਸ ਦਿਨ ਸਾਡੇ ਜਲਿਆਂਵਾਲੇ ਬਾਗ ਦੇ ਕਾਂਡ ਨੂੰ 101 ਸਾਲ ਹੋ ਗਏ ਸੀ। ਤੇ 2019 ਦੇ ਵਿੱਚ ਅਸੀਂ ਇੱਕ ਨਾਟਕ ਤਿਆਰ ਕੀਤਾ ਸੀ, ਚੱਲ ਅੰਮ੍ਰਿਤਸਰ ਲੰਡਨ ਚੱਲੀਏ ਜੀ। ਤੇ ਜੇ ਮਾਹੌਲ ਠੀਕ ਹੁੰਦਾ ਤਾਂ ਮੈਂ ਜ਼ਰੂਰ, ਮੇਰੀ ਟੀਮ ਨੇ ਉਸ ਨਾਟਕ ਕਿਸੇ ਨਾ ਕਿਤੇ ਕਰ ਰਹੇ ਹੋਣਾ ਸੀਗਾ 13 ਅਪ੍ਰੈਲ ਨੂੰ। ਤੇ ਮੈਨੂੰ ਉਸ ਦਿਨ ਇਹ ਮਹਿਸੂਸ ਹੋਇਆ ਕਿ ਕਿਉਂ ਨਾ ਆਪਾਂ ਜਿਹੜਾ ਨਾਟਕ ਸਾਡੇ ਕੋਲ ਰਿਕਾਰਡ ਹੋਇਆ ਪਿਆ ਸੋਸ਼ਲ ਮੀਡੀਆ ਦੇ ਜ਼ਰੀਏ ਅਸੀਂ ਲੋਕਾਂ ਤੱਕ ਪਹੁੰਚਾ ਦੇਈਏ, ਤਾਂ ਕਿ ਉਹ ਇੱਕ ਸ਼ਰਧਾਂਜਲੀ ਹੋਏਗੀ ਉਹਨਾਂ ਲੋਕਾਂ ਨੂੰ, ਉਸ ਕਾਂਡ ਦੇ ਵਿੱਚ ਸ਼ਹੀਦ ਹੋਏ ਲੋਕਾਂ ਨੂੰ, ਔਰ ਇੱਕ ਯਾਦ ਸਾਰਿਆਂ ਤੱਕ ਪਹੁੰਚੇਗੀ।
ਸੋ ਅਸੀਂ ਇਹ ਕੋਸ਼ਿਸ਼ ਕੀਤੀ ਤੇ ਅਸੀਂ 3 ਨਾਟਕ, ਸਿਰਫ ਇੱਕ ਨਹੀਂ 3 ਨਾਟਕ ਤਿਆਰ ਮਤਲਬ ਕਿ ਉਹਨਾਂ ਨੂੰ ਅਪਲੋਡ ਕੀਤਾ YouTube ਵਾਸਤੇ, ਔਰ YouTube ਤੇ ਲਿੰਕ ਪਾਏ, ਔਰ ਕੁਆਰੰਟਾਈਨ ਥੀਏਟਰ ਫੈਸਟੀਵਲ 3 ਦਿਨਾਂ ਦਾ। ਜੀ ਸੋ ਬੜਾ ਚੰਗਾ ਹੁੰਗਾਰਾ ਮਿਲਿਆ, ਲੋਕਾਂ ਨੇ ਵੀ ਐਪਰੀਸ਼ੀਏਟ ਕੀਤਾ ਕਿ ਅਸੀਂ ਹੁਣ ਫ੍ਰੀ ਸੀਗੇ, ਅਸੀਂ ਈਜ਼ੀਲੀ ਦੇਖ ਸਕਦੇ ਸੀ, ਔਰ ਇਹ ਵੱਡੀਆਂ ਟੀਮਾਂ ਵਾਲੇ ਨਾਟਕ ਨੇ ਜਿਹੜੇ ਕਿ ਛੇਤੀ ਕਿਤੇ ਖਾਸ ਕਰਕੇ ਵਿਦੇਸ਼ ਬੈਠੇ ਦੋਸਤਾਂ ਨੇ ਨਹੀਂ ਦੇਖੇ ਸੀ, ਤਾਂ ਸਾਰਿਆਂ ਨੇ ਬੜੇ ਫੋਨ ਕੀਤੇ, ਬੜਾ ਚੰਗਾ ਲੱਗਿਆ ਕਿ ਤੁਸੀਂ ਇਸ ਟਾਈਮ ਨੂੰ ਵੀ ਯੂਜ਼ ਕੀਤਾ। ਤੇ ਉਸ ਤੋਂ ਬਾਅਦ ਅਸੀਂ ਇੱਕ ਹੋਰ ਜਿਹੜਾ ਪਿੱਛੇ ਜੇ ਕਾਂਡ ਹੋਇਆ ਸੀਗਾ ਭਾਈ ਨਿਰਮਲ ਸਿੰਘ ਜੀ ਵਾਲਾ, ਔਰ ਉਸ ਤੋਂ ਬਾਅਦ ਇੱਕ ਲੁਧਿਆਣੇ ਦੇ ਵਿੱਚ ਇੱਕ ਕਾਂਡ ਹੋਇਆ ਸੀ ਕਿ ਮਦਰ ਐਕਸਪਾਇਰ ਹੋ ਗਏ ਔਰ ਬੱਚੇ ਨੇ ਆਖਰੀ ਰਸਮ ਨੂੰ ਵੀ ਅਦਾ ਨਹੀਂ ਕੀਤਾ, ਸਿਰਫ ਇੱਕ ਕਰੋਨਾ ਦੇ ਡਰ ਨਾਲ। ਸੋ ਬਹੁਤ ਤਕਲੀਫ ਦਿੱਤੀ ਇਸ ਘਟਨਾ ਨੇ, ਦੋਨਾਂ ਨੇ। ਰੋਜ਼ ਹੀ ਕੋਈ ਨਾ ਕੋਈ ਘਟਨਾ ਐਸੀ ਆ ਜਾਂਦੀ ਹੈ ਕਿ ਤੁਹਾਨੂੰ ਤੁਰੰਦਰੋਂ ਹਿਲਾਉਂਦੀ ਹੈ। ਸੋ ਅਸੀਂ ਕੋਸ਼ਿਸ਼ ਕੀਤੀ ਕਿ ਉਸ ਘਟਨਾ ਨੂੰ ਲੈ ਕੇ ਇੱਕ ਛੋਟਾ ਜਿਹੀ 7 ਮਿੰਟ ਦੀ ਫਿਲਮ ਹੈ, 7.5 ਮਿੰਟ ਦੀ, ਵਾਈਟ ਬਲੱਡ ਬਣਾਈ ਅਸੀਂ ਅਲੱਗ-ਅਲੱਗ ਥਾਵਾਂ ਦੇ ਉੱਤੇ ਸ਼ੂਟ ਕਰਕੇ। ਕੋਈ ਕੈਨੇਡਾ ਬੈਠਾ ਆਰਟਿਸਟ, ਕੋਈ ਅਮਰੀਕਾ ਬੈਠਾ ਸੀ, ਕੋਈ ਆਸਟ੍ਰੇਲੀਆ ਸੀ, ਕੁਝ ਆਰਟਿਸਟ ਇੰਡੀਆ ਦੇ ਵਿੱਚ ਹੀ ਸੀਗੇ। ਸੋ ਏਦਾਂ ਡਿਜ਼ਾਈਨ ਕਰਕੇ ਅਸੀਂ ਇੱਕ ਫਿਲਮ ਬਣਾਈ ਹੈ ਵਾਈਟ ਬਲੱਡ, ਜਿਹੜੀ ਕਿ ਸਿਰਫ ਇਹ ਹੈ ਕਿ ਤੁਹਾਡੇ ਅੰਦਰ ਜਿਹੜੀ ਤੁਰੰਦਰ ਸੰਵੇਦਨਸ਼ੀਲਤਾ ਹੈ ਨਾ, ਅਸੀਂ ਇਸ ਕਰੋਨਾ ਦੇ ਡਰ ਕਰਕੇ ਉਹਨੂੰ ਨਹੀਂ ਮਰਨ ਦੇਣਾ, ਅਸੀਂ ਇਨਸਾਨੀਅਤ ਨੂੰ ਜ਼ਿੰਦਾ ਰੱਖਣਾ ਹੈ। ਸੋ ਇਹੀ ਇੱਕ ਸੰਦੇਸ਼ ਦਿੰਦੀ ਅਸੀਂ ਫਿਲਮ ਵੀ ਬਣਾਈ ਹੈ ਇਹਨਾਂ ਦਿਨਾਂ ਦੇ ਵਿੱਚ। ਇਹਨਾਂ ਦਿਨਾਂ ਦੇ ਵਿੱਚ ਲਾਕਡਾਊਨ ਨੂੰ ਦੇ ਹੁੰਦੇ ਹੋਏ ਬਹੁਤ ਕੁਝ ਸਟੱਡੀ ਕਰਨ ਦਾ ਮੌਕਾ ਮਿਲਿਆ, ਬਹੁਤ ਲਿਟਰੇਚਰ ਪੜ੍ਹਨ ਦਾ ਮੌਕਾ ਮਿਲਿਆ, ਬਹੁਤ ਕੁਝ ਕ੍ਰੀਏਟ ਕਰਨ ਦਾ ਮੌਕਾ ਮਿਲਿਆ। ਸੋ ਅਸੀਂ ਨਿਰਾਸ਼ ਨਹੀਂ ਹੁੰਦੇ ਇਸ ਗੱਲ ਦੇ ਉੱਤੇ। ਤਕਲੀਫ ਜ਼ਰੂਰ ਹੁੰਦੀ ਹੈ ਕਿਉਂਕਿ ਇਨਸਾਨ ਆ, ਅਸੀਂ ਵੀ ਦਰਦ ਹੈ ਸਾਡੇ ਅੰਦਰ ਵੀ, ਮਹਿਸੂਸ ਕਰਦੇ ਹਾਂ ਅਸੀਂ, ਪਰ ਉਸ ਦਰਦ ਨੂੰ ਅਸੀਂ ਲੋਕਾਂ ਨਾਲ ਸ਼ੇਅਰ ਕਰਕੇ ਉਹਨੂੰ ਹੋਰ ਪੋਜ਼ਿਟਿਵਿਟੀ ਦੇ ਨਾਲ ਅਸੀਂ ਕੰਮ ਕਰ ਸਕਦੇ ਹਾਂ। ਜੀ ਜੀ, ਥੋੜਾ ਜਿਹਾ ਤੁਹਾਡੀ ਆਪਣੀ ਨਿੱਜੀ ਜ਼ਿੰਦਗੀ ਵੱਲ ਆਵਾਂਗੇ। ਮੈਨੂੰ ਲੱਗਦਾ ਕਿ ਜਿਹੜਾ ਵੀ ਪੱਤਰਕਾਰ ਤੁਹਾਡੇ ਨਾਲ ਗੱਲ ਕਰਦਾ ਹੈ ਇਸ ਬਾਬਤ ਜ਼ਰੂਰ ਗੱਲ ਕਰਦਾ ਹੈ, ਤੇ ਸਵਾਲ ਵੀ ਸ਼ਾਇਦ ਤਾਂ ਕਰਕੇ ਕੀਤਾ ਜਾਂਦਾ ਹੈ ਕਿਉਂਕਿ ਅਸੀਂ ਕਿਤੇ ਨਾ ਕਿਤੇ ਪ੍ਰੇਰਨਾ ਭਾਲ ਰਹੇ ਹੁੰਦੇ ਆ, ਕਦੀ ਆਪਣੇ ਵਾਸਤੇ, ਕਦੀ ਕਿਸੇ ਹੋਰ ਵਾਸਤੇ, ਪਰ ਸਾਨੂੰ ਕਦੀ ਕਦੀ ਚੀਜ਼ਾਂ ਪਤਾ ਹੁੰਦੀਆਂ ਕਿ ਕਿਸੇ ਮਾੜੀ ਸਥਿਤੀ ਤੋਂ ਕਿਸ ਤਰ੍ਹਾਂ ਨਿਕਲਣਾ, ਪਰ ਸਾਡਾ ਫਿਰ ਵੀ ਜੀ ਕਰਦਾ ਹੁੰਦਾ ਕਿ ਕੋਈ ਸਾਨੂੰ ਆਪਣੇ ਬਾਰੇ ਦੱਸੇ ਤੇ ਅਸੀਂ ਉਸ ਤੋਂ ਸਿੱਖੀਏ। ਸੋ ਤਾਂ ਕਰਕੇ ਇਸ ਵਕਤ ਦੇ ਉੱਤੇ ਤੁਹਾਨੂੰ ਮੈਂ ਵੀ ਦੱਸਣਾ ਚਾਹਾਂਗੀ, ਕੁਝ ਡੇਟਾ ਸਾਹਮਣੇ ਆਏ ਜਿਸ ਚ ਕਿ ਲਾਕਡਾਊਨ ਦਰਮਿਆਨ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਕੇਸਿਸ ਸੀਗੇ ਉਹ 38% ਉਹਦੇ ਚ ਇਜ਼ਾਫਾ ਹੋਇਆ। ਕਿ ਇਸ ਦਰਮਿਆਨ ਕਿਉਂਕਿ ਅੱਜ ਕੱਲ ਪਤੀ ਪਤਨੀ ਬਹੁਤ ਨਾਲ ਰਹਿ ਰਹੇ ਆ ਤੇ ਸਿਚੁਏਸ਼ਨਸ ਜਿਹੜੀਆਂ ਆ ਉਹ ਮਤਲਬ ਟੋਲਰੈਂਸ ਘਟ ਜਾਂਦੀ ਆ, ਜਾਂ ਜਿਸ ਤਰ੍ਹਾਂ ਦਾ ਵੀ, ਇਸ ਤਰ੍ਹਾਂ ਮਤਲਬ ਕੁਝ ਡੇਟਾ ਸਾਹਮਣੇ ਆਏ ਜਿਨ੍ਹਾਂ ਨੇ ਹੈਰਾਨ ਕਰ ਦਿੱਤਾ। ਸੋ ਅਜਿਹੇ ਵਿੱਚ ਉਸ ਵਕਤ ਦੀ ਤੁਹਾਡੀ ਜ਼ਿੰਦਗੀ, ਜਦੋਂ ਤੁਸੀਂ, ਮੈਂ ਇੱਕ ਦਿਨ ਤੁਹਾਨੂੰ ਇਹ ਵੀ ਕਹਿੰਦਿਆਂ ਸੁਣਿਆ ਸੀ ਕਿ ਮੈਂ ਖੁਦ ਨੂੰ ਤਾਂ ਬਚਾ ਲਿਆ ਪਰ ਮੈਂ ਆਪਣੀ ਜ਼ਿੰਦਗੀ ਨਹੀਂ ਬਚਾ ਸਕੀ, ਉਹ ਤੁਸੀਂ ਕਿਸ ਸੰਦਰਭ ਚ ਕਿਹਾ ਸੀ? ਮੈਂ ਬਹੁਤ ਪਿੱਛੇ ਜਾਣ ਲੱਗੀ ਹਾਂ। ਮੈਂ ਬਹੁਤ ਪੋਜ਼ਿਟਿਵ ਹੋ ਕੇ ਸੋਚਦੀ ਹੁੰਦੀ ਸੀ ਤੇ ਬਚਪਨ ਤੋਂ ਹੀ ਮੇਰੀ ਇੱਛਾ ਕਲਾ ਜਗਤ ਦੇ ਵਿੱਚ ਕੰਮ ਕਰਨ ਦੀ ਰਹੀ ਹੈ। ਉਦੋਂ ਮੈਂ ਡਾਂਸਰ ਹੁੰਦੀ ਸੀ, ਕਲਾਸੀਕਲ ਡਾਂਸ ਬਚਪਨ ਦੇ ਵਿੱਚ ਬਹੁਤ ਕਰਨਾ ਚਾਹੁੰਦੀ ਹੁੰਦੀ ਸੀ, ਔਰ ਬਚਪਨ 'ਚ ਤਾਂ ਮੈਂ ਇਹ ਸੋਚਿਆ ਸੀਗਾ ਕਿ ਮੈਂ ਵੱਡੀ ਹੋ ਕੇ ਕਲਾਸੀਕਲ ਡਾਂਸ ਦੀ ਟੀਚਰ ਬਣਾਂਗੀ। ਪਰ ਹਾਲਾਤ ਨੇ ਇੱਕ ਇਹੋ ਜਿਹਾ ਮੋੜ ਦਿੱਤਾ ਮੈਨੂੰ, ਬੜੀ ਜਲਦੀ ਔਰ ਬੜੀ ਛੋਟੀ ਉਮਰ ਦੇ ਵਿੱਚ ਮੇਰੀ ਮੈਰਿਜ ਹੋ ਗਈ ਸੀ, 19 ਸਾਲ ਦੇ ਵਿੱਚ ਹੀ। ਤੇ ਵਿਆਹ ਦਾ ਅਰਥ ਵੀ ਮੈਨੂੰ ਨਹੀਂ ਸੀ ਪਤਾ ਕਿ ਕੀ ਹੁੰਦਾ ਵਿਆਹ, ਔਰ ਉਹਨਾਂ ਦਿਨਾਂ ਦੇ ਵਿੱਚ ਵਿਆਹ ਤਾਂ ਹੋਇਆ, ਘਰਦਿਆਂ ਨੂੰ ਵੀ ਲੱਗਿਆ ਕਿ, ਹਾਲਾਂਕਿ ਪੇਰੈਂਟਸ ਕਦੀ ਵੀ ਇਹ ਨਹੀਂ ਸੋਚਦੇ ਹੁੰਦੇ ਕਿ ਸਾਡੇ ਬੱਚੇ ਨਾਲ ਕੁਝ ਗਲਤ ਹੋ ਰਿਹਾ ਹੈ। ਕੋਈ ਚੰਗਾ ਮਿਲਦਾ ਤਾਂ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਨਹੀਂ, ਸਾਨੂੰ ਹਾਲਾਤ ਠੀਕ ਲੱਗ ਰਹੇ ਨੇ। ਮੈਂ ਹਮੇਸ਼ਾ ਛੋਟੇ ਹੁੰਦੇ ਤੋਂ ਕਹਿੰਦੀ ਸੀ ਬਿਨਾਂ ਦਾਜ ਦੇ ਹਜੇ ਤੋਂ ਵਿਆਹ ਕਰਾਉਣਾ, ਮੈਂ ਨਹੀਂ ਲੈਣਾ ਲੂਣਾ ਦਾਜ ਦੂਜ ਜਾ, ਮੈਂ ਆਪੇ ਆਪਣੇ ਵੱਲ ਤੇ ਬਣਾਉਂਗੀ ਸਾਰਾ ਸਮਾਨ ਆਪਣਾ। ਸੋ ਇਸ ਤਰ੍ਹਾਂ ਦਾ ਇੱਕ ਆ ਗਿਆ ਪ੍ਰਸਤਾਵ, ਵਿਆਹ ਹੋ ਗਿਆ। ਪਰ ਵਿਆਹ ਤੋਂ ਬਾਅਦ ਹਾਲਾਤ ਕੁਝ ਠੀਕ ਨਹੀਂ ਰਹੇ ਸ਼ੁਰੂ ਤੋਂ ਹੀ, ਪਹਿਲੇ ਦਿਨ ਤੋਂ ਹੀ। ਉਸ ਮਾਹੌਲ ਨੂੰ, ਕਿਉਂਕਿ ਸ਼ਰਾਬ ਨੇ ਜ਼ਿੰਦਗੀ ਨੂੰ ਤਬਾਹ ਕੀਤਾ ਸੀਗਾ, ਕਿਉਂਕਿ ਹਰ ਵੇਲੇ ਘਰ ਦੇ ਵਿੱਚ ਡਰਿੰਕ ਚੱਲਦੀ ਹੁੰਦੀ ਸੀ, ਹਰ ਵੇਲੇ ਮਾਹੌਲ ਇਸੇ ਤਰ੍ਹਾਂ ਦਾ ਰਿਹਾ ਜਿਹੜਾ ਮੈਂ ਕਦੀ ਦੇਖਿਆ ਹੀ ਨਹੀਂ। ਮਤਲਬ ਮੈਂ ਕਦੀ ਸੋਚ ਵੀ ਨਹੀਂ ਸੀ ਸਕਦੀ ਵੀ ਐਦਾਂ ਵੀ ਹੁੰਦਾ। ਔਰ ਮੈਨੂੰ ਲੱਗਦਾ ਕਿ ਔਰਤ ਦੀ ਜ਼ਿੰਦਗੀ ਦੇ ਵਿੱਚ, ਜਿਹੜੀ ਤੁਸੀਂ ਲਾਕਡਾਊਨ ਦੀ ਗੱਲ ਕੀਤੀ ਹੈ, ਕਿ ਔਰਤ ਵਾਕਈ, ਔਰਤਾਂ ਨੇ ਤਾਂ ਬਹੁਤ ਲਾਕਡਾਊਨ ਹੰਢਾਏ ਨੇ। ਉਹ ਜਿਹਨੂੰ ਨਾ ਫਰੋਲੋ ਤੁਸੀਂ, ਉਹੀ ਤੁਹਾਨੂੰ ਲੱਗਦਾ ਕਿ ਇਹ ਬਹੁਤ ਖੁਸ਼ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਜੀ ਰਹੀ ਹੈ।
ਪਰ ਮੇਰੀ ਜ਼ਿੰਦਗੀ ਇਸ ਤਰ੍ਹਾਂ ਦੀ ਰਹੀ ਤੇ ਉਹ ਹਾਲਾਤ ਬਹੁਤ ਜ਼ਿਆਦਾ ਵਿਗੜਦੇ ਗਏ ਹੌਲੀ ਹੌਲੀ। ਤੇ ਫਿਰ ਇੱਕ ਦਿਨ ਮੈਂ ਸੱਚਮੁੱਚ ਮਤਲਬ ਚਿੱਟੇ ਲਿਬਾਸ ਦੇ ਵਿੱਚ ਹੀ ਪਹੁੰਚ ਗਈ ਮੈਂ, ਜਿਹੜੀ ਕਿ ਮੈਨੂੰ ਬੜੀ ਤਕਲੀਫ ਦੇ ਸੀਗੀ, ਜਿਹੜੀ ਕਿ ਮੇਰੇ ਲਈ ਬਹੁਤ ਵੱਡਾ ਮਤਲਬ ਮੈਨੂੰ ਲੱਗਦਾ ਸੀ ਕਿ ਇੱਕ ਔਰਤ ਦੀ ਲਾਈਫ ਦੇ ਉੱਤੇ ਬੜਾ ਵੱਡਾ ਕਲੰਕ ਹੈ ਇਹ। ਉਦੋਂ ਮੈਂ ਮਤਲਬ ਨਾ ਮੈਂ ਇੰਨੀ ਸਮਝਦਾਰ ਸੀ, ਨਾ ਮੈਂ ਸਮਝਦਾਰ ਤਾਂ ਸਾਰੀ ਦੁਨੀਆ ਸਾਰੀ ਜ਼ਿੰਦਗੀ ਬੰਦਾ ਸਮਝਦਾ ਰਹਿੰਦਾ ਇਸ ਲਾਈਫ ਨੂੰ, ਲੇਕਿਨ ਮੈਨੂੰ ਸੱਚਮੁੱਚ ਇਮਾਨਦਾਰੀ ਨਾਲ ਦੱਸ ਰਹੀ ਹਾਂ, ਮੈਨੂੰ ਕੁਝ ਨਹੀਂ ਸੀ ਪਤਾ ਹੈਗਾ। ਹਾਂ ਇੰਨਾ ਜ਼ਰੂਰ ਸੀਗਾ ਕਿ ਜਦੋਂ ਕੋਈ ਲੜਾਈ ਝਗੜਾ ਹੁੰਦਾ ਸੀ ਤਾਂ ਮੈਨੂੰ ਲੱਗਦਾ ਸੀਗਾ ਕਿ ਨਹੀਂ, ਮੈਂ ਘਰ ਦੀ ਗੱਲ, ਮੇਰੇ ਘਰ ਦੀ ਗੱਲ ਬਾਹਰ ਨਹੀਂ ਜਾਣੀ ਚਾਹੀਦੀ, ਮੈਂ ਕਿਸੇ ਨੂੰ ਵੀ ਦੱਸ ਨਹੀਂ ਸਕਦੀ ਹੈ ਨਾ ਵੀ ਮੇਰੇ ਨਾਲ ਕੀ ਹੋ ਰਿਹਾ। ਸੋ ਮੈਂ ਕਿਸੇ ਨੂੰ ਦੱਸੇ ਬਿਨਾ, ਪਰ ਹੌਲੀ ਹੌਲੀ ਕੁਝ ਹਾਲਾਤ ਇਦਾਂ ਦੇ ਬਣਦੇ ਗਏ, ਆਂਢੀਆਂ ਗੁਆਂਢੀਆਂ ਦੇ ਜ਼ਰੀਏ ਮੰਮੀ ਪਾਪਾ ਤੱਕ ਖਬਰਾਂ ਪਹੁੰਚਦੀਆਂ ਗਈਆਂ, ਫਿਰ ਹਾਲਾਤ ਹੋਰ ਵਿਗੜਦੇ ਗਏ। ਪਰ ਮੈਂ ਉਸ ਹਾਲਾਤ ਨੂੰ ਮੈਂ ਸੰਭਾਲ ਨਹੀਂ ਸਕੀ। ਮੈਂ ਸੱਚਮੁੱਚ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਮੈਂ ਇਮਾਨਦਾਰੀ ਨਾਲ ਮੰਨਦੀ ਹਾਂ ਇਸ ਗੱਲ ਦੇ ਨੂੰ, ਕਿਉਂਕਿ ਕੀ ਹੈ ਕਿ ਹਾਲਾਤ ਜਦੋਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੇ ਆਉਂਦੇ ਆ ਨਾ ਤਾਂ ਤੁਹਾਡੇ ਦਿਮਾਗ ਦੇ ਵਿੱਚ ਬਹੁਤ ਭੁਚਾਲ ਚੱਲਦੇ ਨੇ, ਬਹੁਤ ਵਲਵਲੇ ਉੱਠਦੇ ਨੇ, ਔਰ ਉਸ ਕੁਝ ਸੈਕਿੰਡ ਦੇ ਵਲਵਲੇ ਨੂੰ ਜੇ ਅਸੀਂ ਸੰਭਾਲ ਲਿਆ ਤਾਂ ਅਸੀਂ ਕਿਤੇ ਨਾ ਕਿਤੇ ਕਾਮਯਾਬ ਹੋ ਜਾਂਦੇ ਹਾਂ। ਔਰ ਮੈਨੂੰ ਲੱਗਦਾ ਕਿ ਮੈਂ ਸੱਚਮੁੱਚ ਮੈਨੂੰ ਰੰਗਮੰਚ ਨੇ ਜ਼ਿੰਦਗੀ ਦਿੱਤੀ ਹੈ। ਮੈਂ ਜਿਸ ਮਾਹੌਲ ਚੋਂ ਨਿਕਲੀ ਹਾਂ, ਜੇ ਥੀਏਟਰ ਨਾ ਕਰਦੀ ਹੁੰਦੀ ਤਾਂ ਸ਼ਾਇਦ ਮੈਂ ਹੁਣ ਤੱਕ ਮਰ ਮੁੱਕ ਚੁੱਕੀ ਹੋਣਾ ਸੀ। ਰੰਗਮੰਚ ਕਰਦੇ ਹੋਏ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ, ਕਿਉਂਕਿ ਮੈਨੂੰ ਉਸ ਟ੍ਰੈਜਡੀ ਜਿਹੜੀ ਹੋਈ ਸੀ ਮੇਰੇ ਨਾਲ, ਉਸ ਤੋਂ ਬਾਅਦ ਮੈਨੂੰ ਗੁਰਸ਼ਨ ਭਾਜੀ ਨੂੰ ਮਿਲਣ ਦਾ ਮੌਕਾ ਮਿਲਿਆ। ਹਾਲਾਂਕਿ ਭਾਜੀ ਨੂੰ ਤਾਂ ਮੈਂ ਬਚਪਨ ਤੋਂ ਦੇਖਦੀ ਆ ਰਹੀ ਸੀ, ਕਿਉਂਕਿ ਮੇਰੇ ਫਾਦਰ ਸਾਨੂੰ ਬਹੁਤ ਛੋਟੇ ਹੁੰਦੇ ਤੋਂ ਉਹਨਾਂ ਦੇ ਨਾਟਕ ਦਿਖਾਉਂਦੇ ਹੁੰਦੇ ਸੀ ਜੀ। ਸੋ ਇਸ ਤਰ੍ਹਾਂ ਕਰਦੇ ਕਰਾਉਂਦੇ ਜਦੋਂ ਮੈਨੂੰ 93 ਦੇ ਵਿੱਚ ਮੈਂ ਭਾਜੀ ਦੇ ਨਾਲ ਜੁੜੀ, ਫਿਰ ਮੈਨੂੰ ਲੱਗਿਆ ਕਿ ਮੈਂ ਕਿਉਂ ਨਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਥੀਏਟਰ ਦੇ ਵਿੱਚ ਲੈ ਆਵਾਂ। ਤੇ ਮੈਨੂੰ ਲੱਗਦਾ ਕਿ ਜ਼ਿੰਦਗੀ ਜਿਉਣ ਲਈ ਦੋ ਰੋਟੀਆਂ ਚਾਹੀਦੀਆਂ ਹੁੰਦੀਆਂ ਨੇ ਤੇ ਘਰ ਚਾਹੀਦਾ ਹੁੰਦਾ ਹੈ। ਮੰਮੀ ਡੈਡੀ ਦੇ ਕੋਲ ਹੀ ਮੇਰਾ ਘਰ ਰੈਂਟ ਤੇ ਸੀਗਾ, ਔਰ ਮੈਂ ਸੋਚਿਆ ਸੀਗਾ ਕਿ ਮੈਂ ਇੰਨਾ ਕੁ ਤਾਂ ਕਮਾ ਹੀ ਲਊਂਗੀ ਕਿ ਮੈਂ ਕਿਰਾਇਆ ਦੇ ਸਕਾਂ ਤੇ ਮੈਂ ਆਪਣੇ ਲਈ ਦੋ ਰੋਟੀਆਂ ਕਮਾ ਸਕਾਂ, ਤੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹਨਾ। ਮੈਂ ਕਦੀ ਕੋਈ ਵੱਡੇ ਵੱਡੇ ਸੁਪਨੇ ਨਹੀਂ ਦੇਖੇ ਵੀ ਮੈਨੂੰ ਬੰਗਲਾ ਚਾਹੀਦਾ, ਵੱਡੀਆਂ ਗੱਡੀਆਂ ਚਾਹੀਦੀਆਂ, ਆਹ ਚਾਹੀਦਾ ਉਹ ਚਾਹੀਦਾ, ਐਦਾਂ ਦਾ ਕੁਝ ਨਹੀਂ ਮੈਂ ਕਦੀ ਸੋਚਿਆ ਸੀ। ਔਰ ਫਿਰ ਮੈਨੂੰ ਲੱਗਿਆ ਮੈਨੂੰ ਥੀਏਟਰ ਦੇ ਵਿੱਚ ਸੱਚਮੁੱਚ ਇੱਕ ਆਪਣੇ ਆਪ ਨੂੰ ਜ਼ਿੰਦਾ ਰੱਖਣ ਵਾਸਤੇ ਕੁਝ ਦਿਖਾਈ ਦਿੱਤਾ। ਤੇ ਮੈਂ ਫਿਰ ਭਾਜੀ ਦੇ ਨਾਲ ਜਿਹੜਾ ਪਹਿਲਾ ਨਵਾਂ ਜਨਮ ਕੀਤਾ, ਮੈਂ ਇਸੇ ਕਰਕੇ ਹਰ ਇੰਟਰਵਿਊ 'ਚ ਕਹਿੰਦੀ ਹਾਂ ਕਿ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ। ਫਿਰ ਸੱਚਮੁੱਚ ਮੇਰਾ ਵੀ ਨਵਾਂ ਜਨਮ ਹੋ ਗਿਆ, ਔਰ ਉਸ ਨਵੇਂ ਜਨਮ ਨੇ ਮੈਨੂੰ ਕਿੱਥੋਂ ਤੋਂ ਕਿੱਥੇ ਪਹੁੰਚਾ ਦਿੱਤਾ। ਔਰ ਮੈਂ ਹਮੇਸ਼ਾ ਭਾਜੀ ਦੀ ਦੇਣਦਾਰ ਰਵਾਂਗੀ, ਭਾਜੀ ਦੇ ਅੱਗੇ ਸਜਦਾ ਕਰਦੀ ਹਾਂ, ਕਿਉਂਕਿ ਉਹਨਾਂ ਨੇ ਮੇਰੀ ਜ਼ਿੰਦਗੀ ਨੂੰ ਬਦਲਿਆ। ਤੇ ਅੱਜ ਮੈਂ ਤੁਹਾਡੇ ਸਾਹਮਣੇ ਫੀਲਡ ਦੇ ਵਿੱਚ ਕੰਮ ਕਰ ਰਹੀ ਹਾਂ, ਰੰਗਮੰਚ ਹੋਵੇ, ਫਿਲਮ ਹੋਵੇ, ਟੀਵੀ ਜਗਤ ਹੋਵੇ, ਹਰ ਜਗ੍ਹਾ ਦੇ ਉੱਤੇ ਜੋ ਵੀ ਕੰਮ ਸਾਹਮਣੇ ਆਉਂਦਾ ਹੈ ਤੇ ਬੜੇ ਵਧੀਆ ਤਰੀਕੇ ਨਾਲ ਨਿਭਾ ਰਹੀ ਹਾਂ। ਕੋਸ਼ਿਸ਼ ਹੈ। ਨਹੀਂ ਫਿਰ ਦੇਖੋ, ਤੁਹਾਨੂੰ ਗੁਰਸ਼ਰਨ ਭਾਜੀ ਮਿਲੇ, ਤੁਸੀਂ ਆਪਣੇ ਆਪ ਨੂੰ ਉਸ ਪੂਰੇ ਵਲਵਲੇ ਚੋਂ ਕੱਢਿਆ, ਪਰ ਮਤਲਬ ਤੁਹਾਨੂੰ ਦੇਖ ਕੇ ਅੱਜ ਦੀ ਤਰੀਕ ਦੇ ਵਿੱਚ ਤੁਹਾਡਾ ਜ਼ਿੰਦਗੀ ਦਾ ਸਟੇਟਸ ਦੇਖ ਕੇ ਮਤਲਬ ਬੜੀ ਖੁਸ਼ੀ ਹੁੰਦੀ ਆ, ਹੈ ਨਾ, ਜਦੋਂ ਤੁਹਾਡੇ ਨਾਲ ਗੱਲਾਂ ਕਰਦੇ ਆ, ਜਦੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਦੇ ਇੱਕ ਇਨਸਾਨ ਵਕਤ ਚੋਂ ਵਾਪਸ ਆਇਆ, ਕਾਲੇ ਵਕਤ ਚੋਂ ਵਾਪਸ ਆਇਆ, ਤੇ ਉਸਨੇ ਮਤਲਬ ਆਪਣੇ ਆਪ ਨੂੰ ਜ਼ਿੰਮੇਵਾਰ ਮੰਨਿਆ, ਤੇ ਨਾਲ ਦੇ ਨਾਲ ਕੁਝ ਜ਼ਿੰਦਗੀ 'ਚ ਲੋਕ ਅਜਿਹੇ ਜੁੜ ਗਏ ਜਿਨ੍ਹਾਂ ਨੇ ਸਭ ਕੁਝ ਸਹੀ ਕਰਕੇ ਦਿੱਤਾ। ਪਰ ਹਰ ਕਿਸੇ ਕੋਲ ਅਜਿਹੀ ਕਿਸਮਤ ਹੁੰਦੀ ਨਹੀਂ, ਹਰ ਕਿਸੇ ਦਾ ਸ਼ਾਇਦ ਉਹਨੂੰ ਅਜਿਹੀ ਜ਼ਮੀਨ ਨਹੀਂ ਮਿਲਦੀ, ਜਾਂ ਜ਼ਿਆਦਾਤਰ ਲੋਕ ਉਹੀ ਮਿਲਦੇ ਜਿਹੜੇ ਪੈਰਾਂ ਥੱਲੇ ਜ਼ਮੀਨ ਖਿੱਚ ਲੈਣ। ਸੋ ਅਜਿਹੀਆਂ ਲੇਡੀਜ਼ ਜਿਹੜੀਆਂ ਕਿ ਆਪਣੇ ਆਪ ਨੂੰ ਕਹਿੰਦੀਆਂ ਖੁਸ਼ ਨੇ, ਪਰ ਸ਼ਾਇਦ ਉਹਨਾਂ ਨੂੰ ਵੀ ਨਹੀਂ ਪਤਾ ਕਿ ਉਹ ਖੁਸ਼ ਨਹੀਂ, ਉਹਨਾਂ ਨੇ ਆਪਣੀ ਖੁਸ਼ੀ ਦੀ ਡੈਫੀਨੇਸ਼ਨ ਹੀ ਬਦਲ ਲਈ ਹੈ, ਉਹਨਾਂ ਨੇ ਆਪਣੀ ਖੁਸ਼ੀ ਦਾ ਦਾਇਰਾ ਹੀ ਬਦਲ ਲਿਆ ਹੈ। ਕਿ ਤੁਹਾਨੂੰ ਲੱਗਦਾ ਨਹੀਂ ਹੈ ਕਿ ਲੜ ਕੇ ਨਹੀਂ, ਪਰ ਆਪਣੀ ਗੱਲ ਜਿਹੜੀ ਹੈ ਉਹ ਕਹਿਣੀ ਚਾਹੀਦੀ ਹੈ? ਬਿਲਕੁਲ ਕਹਿਣੀ ਚਾਹੀਦੀ ਹੈ ਜੀ। ਮੈਂ ਮਤਲਬ ਜੋ ਮੈਂ ਹਾਲਾਤ ਆਪਣੇ ਦੱਸ ਰਹੀ ਹਾਂ, ਮੈਨੂੰ ਲੱਗਦਾ ਹੈ ਕਿ ਜੇ ਮੈਂ ਉਦੋਂ ਕੁਝ ਬੋਲ ਸਕਦੀ ਹੁੰਦੀ, ਉਦੋਂ ਮੈਂ ਥੋੜੀ ਜਿਹੀ ਹਿੰਮਤ ਰੱਖਦੀ, ਤਾਂ ਸ਼ਾਇਦ ਮੈਂ ਇੰਨਾ ਕੁਝ ਬਰਦਾਸ਼ਤ ਨਾ ਕਰਦੀ। ਵੱਧ ਤੋਂ ਵੱਧ ਇੱਕ ਸੈਪਰੇਸ਼ਨ ਹੀ ਹੋ ਜਾਂਦੀ, ਵੱਧ ਤੋਂ ਵੱਧ ਮੇਰਾ ਇੰਨੀ ਲਾਈਫ, ਮੇਰੇ ਜਿਹੜੇ 3-4 ਸਾਲ ਬਿਤਾਏ ਮੈਂ ਉਸ ਲਾਈਫ ਦੇ ਵਿੱਚ, ਉਸ ਟਾਈਮ ਦੇ ਵਿੱਚ, ਸ਼ਾਇਦ ਮੈਂ ਉਹਨਾਂ ਚੋਂ ਨਿਕਲ ਸਕਦੀ ਸੀ। ਮੈਂ ਹਮੇਸ਼ਾ, ਹੁਣ ਤਾਂ ਮੈਂ ਇਹੀ ਕਹਿੰਦੀ ਹਾਂ ਕਿ ਸਾਨੂੰ ਇਹ ਹਿੰਮਤ ਰੱਖਣੀ ਪੈਣੀ ਹੈ। ਮੈਨੂੰ ਇੱਕ ਪਲੇਟਫਾਰਮ ਮਿਲ ਗਿਆ, ਪਰ ਮੈਨੂੰ ਵੀ ਲੇਟ ਮਿਲਿਆ,
ਜੇ ਕਿਤੇ ਮੈਨੂੰ ਇਹ ਸਭ ਕੁਝ ਪਹਿਲਾਂ ਮਿਲ ਜਾਂਦਾ, ਅਸੀਂ ਕੀ ਹੈ ਕਿ ਅਸੀਂ ਲੇਡੀਜ਼ ਜਿਹੜੀਆਂ ਹੁੰਦੀਆਂ ਨੇ ਉਹ ਥੋੜਾ ਜਿਹਾ ਨਾ ਆਪਣੇ ਆਪ ਨੂੰ ਸਿਮਟਿਆ ਹੋਇਆ ਅਸੀਂ ਮਹਿਸੂਸ ਕਰਦੀਆਂ ਹਮੇਸ਼ਾ, ਕਿ ਕਦੀ ਵੀ ਖੁੱਲ ਕੇ ਆਪਣੀ ਗੱਲ ਬਾਹਰ ਨਹੀਂ ਕਹਿੰਦੀਆਂ। ਔਰ ਮੈਂ ਸੱਚੀ ਗੱਲ ਦੱਸਾਂ ਤਾਂ ਮੈਂ ਖੁਦ ਵੀ ਆਪਣੀ ਇੰਟਰਵਿਊਜ਼ ਦੇ ਵਿੱਚ ਕਦੀ ਵੀ ਇਹ ਜ਼ਿਕਰ ਨਹੀਂ ਕੀਤਾ ਸੀਗਾ। ਮੈਨੂੰ ਇੱਕ ਦੋ ਇੰਟਰਵਿਊਜ਼ ਮੇਰੀਆਂ ਇਹੋ ਜਿਹੀਆਂ ਹੋਈਆਂ, ਮੈਂ ਅੱਜ ਵੀ ਤੁਹਾਡੇ ਨਾਲ ਜ਼ਿਕਰ ਕਰ ਰਹੀ ਹਾਂ, ਜਾਂ ਦੋ ਇੰਟਰਵਿਊਜ਼ ਕੀਤੀਆਂ ਨੇ ਹੋਰ ਇਹੋ ਜਿਹੀਆਂ ਗੱਲਾਂ, ਤਾਂ ਉਹ ਵੀ ਉਹਨਾਂ ਨੇ ਖੁਦ ਮੈਂਸ਼ਨ ਕੀਤੀਆਂ ਤੇ ਮੈਂ ਤਾਂ ਕੀਤੀਆਂ, ਅਦਰਵਾਈਜ਼ ਮੈਂ ਖੁਦ ਵੀ ਨਹੀਂ ਲੈ ਕੇ ਆ ਸਕੀ ਸਾਹਮਣੇ। ਤੇ ਹੁਣ ਮੈਨੂੰ ਸਾਰੇ ਕਹਿੰਦੇ ਕਿ ਤੁਸੀਂ ਸਾਨੂੰ ਡਿਟੇਲ ਦੇ ਵਿੱਚ ਇਹਦੀ ਪੂਰਾ ਕੁਝ ਕਰੋ, ਕੁਝ ਲਿਖੋ ਜਾਂ ਕੁਝ ਸਾਨੂੰ ਦੱਸੋ, ਬਹੁਤ ਸਾਡੇ ਲਈ ਹਿੰਮਤ ਵਾਲੀ ਗੱਲ ਹੈ। ਪਰ ਮੈਨੂੰ ਹੁਣ ਮਹਿਸੂਸ ਹੁੰਦਾ ਹੈ, ਪਰ ਮੈਂ ਕਹਿੰਦੀ ਹਾਂ ਕਿ ਸਾਨੂੰ ਹਿੰਮਤ ਹੈ ਜਿਹੜੀ ਉਹ ਸਾਨੂੰ ਖੁਦ ਕਰਨੀ ਪੈਣੀ ਹੈ। ਸਾਨੂੰ ਇਧਰੋਂ ਅਧਰੋਂ ਤਾਂ ਉਦੋਂ ਹੀ ਸਾਨੂੰ ਪਲੇਟਫਾਰਮ ਮਿਲ ਸਕਦੇ ਨੇ ਜੇ ਮੰਨ ਲਓ ਮੈਂ ਵੀ ਉਦੋਂ ਨਾ ਕੋਸ਼ਿਸ਼ ਕਰਦੀ, ਮੈਂ ਭਾਜੀ ਤੱਕ ਨਾ ਪਹੁੰਚਦੀ ਜਾਂ ਮੈਂ ਉਹਨਾਂ ਦਾ ਨਾਟਕ ਦੇਖਣ ਨਾ ਜਾਂਦੀ, ਤਾਂ ਸ਼ਾਇਦ ਮੇਰੇ ਸਾਹਮਣੇ ਵੀ ਇਹ ਪ੍ਰਸਤਾਵ ਨਾ ਰੱਖਿਆ ਜਾਂਦਾ ਕਿ ਬੇਟਾ ਤੂੰ ਮੇਰੇ ਨਾਲ ਨਾਟਕ ਕਰੇਂਗੀ। ਸੋ ਇਸ ਤਰ੍ਹਾਂ ਸਾਨੂੰ ਖੁਦ ਹੀ ਹਿੰਮਤ ਕਰਨੀ ਹੀ ਪੈਣੀ ਹੈ। ਮੇਰੀ ਇੱਕ ਇੰਟਰਵਿਊਜ਼ ਦੇ ਵਿੱਚ ਮੈਨੂੰ ਇੱਕ ਦੇਖ ਕੇ ਕਿਸੇ ਦਾ ਮੈਸੇਜ ਆਇਆ ਸੀਗਾ ਕਿ ਮੈਮ ਜੋ ਤੁਹਾਡੇ ਨਾਲ ਵਾਪਰਿਆ ਉਹ ਸਭ ਕੁਝ ਮੇਰੇ ਨਾਲ ਵੀ ਵਾਪਰਿਆ, ਤੇ ਮੈਂ ਕਿਸ ਤਰ੍ਹਾਂ ਨਿਕਲਾਂ ਇਸ ਪਲੇਟਫਾਰਮ ਦੇ ਵਿੱਚੋਂ, ਇਸ ਹਾਲਾਤ ਦੇ ਵਿੱਚੋਂ, ਤੇ ਮੇਰੇ ਕੋਲ ਕੋਈ ਪਲੇਟਫਾਰਮ ਇਹੋ ਜਿਹਾ ਨਹੀਂ ਹੈ। ਤਾਂ ਮੈਂ ਕਹਿੰਦੀ ਹਾਂ ਕਿ ਦੇਖੋ ਸਾਨੂੰ ਹਿੰਮਤ ਤਾਂ ਖੁਦ ਕਰਨੀ ਪੈਣੀ ਹੈ, ਰਸਤਾ ਸਾਨੂੰ ਖੁਦ ਲੱਭਣਾ ਪੈਣਾ ਵੀ ਅਸੀਂ ਕੀ ਕਰ ਸਕਦੇ ਹਾਂ। ਹਾਂ, ਲੜ ਕੇ ਨਹੀਂ, ਮੈਂ ਨਹੀਂ ਕਹਿੰਦੀ ਕਿ ਤੁਸੀਂ ਬਗਾਵਤ ਕਰ ਦਿਓ, ਮੈਂ ਨਹੀਂ ਕਹਿੰਦੀ ਕਿ ਤੁਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਆਪਣੇ ਪਰਿਵਾਰ ਨੂੰ ਤਬਾਹ ਕਰ ਲਵੋ, ਨੋ, ਕੁਝ ਬੰਦਿਸ਼ਾਂ ਦੇ ਵਿੱਚ ਰਹਿੰਦੇ ਹੋਏ ਵੀ ਤੁਸੀਂ ਬਹੁਤ ਕੁਝ ਕਰ ਸਕਦੇ ਹੋ, ਠੀਕ ਹੈ। ਔਰ ਰਸਤੇ ਤਾਂ ਤੁਹਾਨੂੰ ਆਪ ਤਲਾਸ਼ ਕਰਨੀ ਹੀ ਪੈਣੀ ਹੈ, ਹਿੰਮਤ ਰੱਖਣੀ ਹੀ ਪੈਣੀ ਹੈ। ਜੀ ਵੈਸੇ ਤਾਂ ਪੂਰੀ ਜ਼ਿੰਦਗੀ ਹੀ ਮਤਲਬ ਥੀਏਟਰ ਹੈ, ਰੰਗਮੰਚ ਹੈਗਾ, ਤੇ ਤੁਸੀਂ ਕਦੀ ਸੋਚਿਆ ਕਿ ਆਪਣੀ ਜ਼ਿੰਦਗੀ ਨੂੰ ਉਤਾਰਿਆ ਜਾਏ, ਆਪਣੀ ਜ਼ਿੰਦਗੀ ਨੂੰ ਸਾਹਮਣੇ ਲੈ ਕੇ ਆਉਂਦਾ ਜਾਏ, ਤੇ ਆਪਣੀ ਜ਼ਿੰਦਗੀ ਤੇ ਹੀ ਜਿਹੜੇ ਲੋਕ ਨੇ, ਕਿਉਂਕਿ ਜਿਹੜੀਆਂ ਗੱਲਾਂ ਸੁਣਦੇ ਨੇ ਉਹ ਜਦੋਂ ਦੇਖਣਗੇ ਉਹ ਸਾਰਾ ਕੁਝ, ਤੇ ਗੱਲ ਜਿਹੜੀ ਆ ਹੋਰ ਦੂਰ ਤੱਕ ਜਾਏਗੀ। ਨਹੀਂ, ਮੈਂ ਹਾਲੇ ਤੱਕ ਕੁਝ ਨਹੀਂ ਇਹੋ ਜਿਹਾ ਸੋਚਿਆ, ਪਰ ਮੈਨੂੰ ਮਤਲਬ ਕਦੀ ਕਦੀ ਮਹਿਸੂਸ ਹੁੰਦਾ, ਕਿਉਂਕਿ ਇਸ ਲੋਕਡਾਊਨ ਦੇ ਦੌਰਾਨ ਮੈਨੂੰ ਲੱਗਦਾ ਕਿ ਇੱਕ ਦਿਨ ਅਸੀਂ ਡਿਸਕਸ ਵੀ ਕਰ ਰਹੇ ਸੀ ਮੈਂ ਔਰ ਸ਼ਬਦੀਸ਼, ਕਿ ਕਿਉਂ ਨਾ ਇਸ ਘਟਨਾ ਨੂੰ ਪ੍ਰੋਪਰ ਤਰੀਕੇ ਨਾਲ ਡਿਜ਼ਾਈਨ ਕਰਕੇ ਤੂੰ ਲੋਕਾਂ ਤੱਕ ਪਹੁੰਚਾਵੇਂ। ਮੈਨੂੰ ਲੱਗਦਾ, ਪਰ ਮੈਂ ਕਿਤੇ ਨਾ ਕਿਤੇ ਅਜੇ ਵੀ ਨਾ ਉਸ ਦਰਦ ਚੋਂ ਨਿਕਲ ਨਹੀਂ ਸਕੀ। ਕਿਤੇ ਨਾ ਕਿਤੇ ਮੈਂ ਜਦੋਂ ਵੀ ਗੱਲ ਕਰਦੀ ਹਾਂ ਤਾਂ ਮੈਨੂੰ ਉਹ ਸਾਰੀ ਪਿਕਚਰ, ਉਹ ਸਾਰੀ ਤਸਵੀਰ ਮੇਰੇ ਸਾਹਮਣੇ ਆ ਜਾਂਦੀ ਹੈ, ਤੇ ਮੈਂ ਇਮੋਸ਼ਨਲ ਹੋ ਜਾਂਦੀ ਹਾਂ। ਮੈਨੂੰ ਲੱਗਦਾ ਮੈਨੂੰ ਥੋੜੀ ਜਿਹੀ ਹੋਰ ਹਿੰਮਤ ਰੱਖਣੀ ਪਏਗੀ ਅਜੇ। ਦੇਖੋ, ਇੰਨੇ ਸਾਲਾਂ ਬਾਅਦ ਵੀ ਉਹ ਦਰਦ ਮੇਰੇ ਅੰਦਰ ਹਾਲੇ ਵੀ ਹੈ ਕਿਤੇ ਨਾ ਕਿਤੇ। ਜਦੋਂ ਮੈਂ ਕਿਤੇ ਇਸ ਬਾਰੇ ਸੋਚਦੀ ਹਾਂ ਮੈਂ ਕੁਝ ਕਰਾਂ, ਤਾਂ ਮੈਨੂੰ ਉਹ ਤਕਲੀਫ, ਮੇਰੇ ਹੰਝੂ ਮੈਨੂੰ ਰੋਕ ਦਿੰਦੇ ਨੇ, ਹਨਾ। ਤਾਂ ਮੈਨੂੰ ਅਜੇ ਵੀ ਹਿੰਮਤ ਜਟਾਉਣੀ ਪੈਣੀ ਹੈ। ਕਿੱਡੀ ਵੱਡੀ ਤਰਾਸਦੀ ਹੈ ਸਾਡੀ ਇਹ, ਕਿ ਅਸੀਂ ਜਿੰਨੇ ਮਰਜ਼ੀ ਅਸੀਂ ਅਗਾਂਹ ਵਧੂ ਹੋ ਜਾਈਏ, ਜਿੰਨੇ ਮਰਜ਼ੀ ਅਸੀਂ ਸਟਰੋਂਗ ਹੋਈਏ, ਫਿਰ ਵੀ ਕਿਤੇ ਨਾ ਕਿਤੇ ਸਾਡਾ ਉਹ ਦਰਦ ਸਾਡਾ ਨਾਲ ਨਾਲ ਤੁਰਦਾ ਹੈ। ਪਰ ਮੈਂ ਕੋਸ਼ਿਸ਼ ਕਰਾਂਗੀ ਕਦੀ ਨਾ ਕਦੀ, ਜਦੋਂ ਵੀ ਹਿੰਮਤ ਜੁਟਾ ਸਕੀ, ਲੋਕਾਂ ਤੱਕ ਪ੍ਰੋਪਰ ਤਰੀਕੇ ਨਾਲ ਇਸ ਨੂੰ ਸਾਂਝਾ ਕਰ ਸਕਾਂਗੀ। ਜੀ ਇੱਕ ਚੀਜ਼, ਮਤਲਬ ਸਵਾਲ ਜਿਹੜਾ ਵੀ ਮੈਂ ਕਿਸੇ ਵੀ ਥੀਏਟਰ ਆਰਟਿਸਟ ਨਾਲ ਜਾਂ ਡਾਇਰੈਕਟਰ ਨਾਲ ਇਹ ਗੱਲ ਕਰਦੀ ਹਾਂ, ਤਾਂ ਮੈਂ ਅਕਸਰ ਪੁੱਛਦੀ ਹਾਂ ਕਿ ਜਿਵੇਂ ਹੁਣ ਟੈਕਨੋਲੋਜੀ ਆ ਆਪਾਂ ਯੂਜ਼ ਕਰ ਰਹੇ ਹਾਂ, ਹੁਣ ਬਹੁਤ ਸਾਰੇ ਥੀਏਟਰ ਆਰਟਿਸਟ ਧੁਰ ਤੋਂ, ਭਾਵੇਂ ਉਹ ਸਿਰਦਨ ਸ਼ਾਹ ਹੋਣ, ਓਮਪੁਰੀ ਹੋਣ, ਬਹੁਤ ਹੀ ਗ੍ਰੇਟ ਆਰਟਿਸਟ ਜਿਹੜੇ ਨੇ ਥੀਏਟਰ ਚੋਂ ਨਿਕਲ ਕੇ ਫਿਲਮ ਇੰਡਸਟਰੀ ਤੱਕ ਪਹੁੰਚੇ ਨੇ। ਤੁਸੀਂ ਵੀ ਕੰਮ ਸੋਹਣਾ ਕਰ ਰਹੇ ਹੋ। ਇੱਥੇ ਹੁਣ ਅੱਜ ਕੱਲ ਜ਼ਮਾਨਾ ਆ ਗਿਆ ਕੁਝ ਅਜਿਹੀਆਂ ਨੈਟਫਲਿਕਸ ਦਾ ਐਂਡ ਪ੍ਰਾਈਮ ਦਾ, ਜਿੱਥੇ ਲੋਕ ਘਰਾਂ 'ਚ ਬਹਿ ਕੇ ਹੀ ਸਾਰਾ ਕੁਝ, ਥੋੜੀ ਜਿਹੀ ਸਬਸਕ੍ਰਿਪਸ਼ਨ ਦੇ ਕੇ ਸਾਰਾ ਕੁਝ ਜਿਹੜਾ ਹੈ ਉਹ ਘਰਾਂ 'ਚ ਆਪਣੇ ਦੇਖ ਸਕਦੇ ਹੈਗੇ ਨੇ। ਤੇ ਪਹਿਲਾਂ ਉਨੀ ਤਰਜੀਹ, ਪਹਿਲਾਂ ਕੁਝ ਨਾਮ ਆਉਂਦੇ ਸੀਗੇ ਥੀਏਟਰ ਆਰਟਿਸਟ ਦੇ ਜਿਹੜੇ ਕਿ ਫਿਲਮ ਇੰਡਸਟਰੀ ਵਿੱਚ ਸੀਗੇ, ਪਰ ਇਹ ਸਭ ਨੇ ਅਪੋਰਚੁਨਿਟੀਜ਼ ਜਿਹੜੀਆਂ ਨੇ ਉਹ ਹੋਰ ਜ਼ਿਆਦਾ ਰਾਈਜ਼ ਕੀਤੀਆਂ ਨੇ। ਕਿਉਂਕਿ ਪਹਿਲਾਂ ਜਿਹੜਾ ਸੀਗਾ ਕਿ ਜੇ ਥੀਏਟਰ ਆਰਟਿਸਟ ਹੈ ਜਾਂ ਪੱਤਰਕਾਰ ਹੈ ਤਾਂ ਉਹਦਾ ਝੋਲਾ ਫਟਿਆ ਹੀ ਹੋਣਾ, ਪਰ ਅੱਜ ਕੱਲ ਇਹ ਧਾਰਨਾ ਜਿਹੜੀ ਹੈ ਬਦਲੀ ਹੋਈ ਹੈ ਨਾ। ਬਿਲਕੁਲ ਜੀ, ਹੁਣ ਥੀਏਟਰ ਆਰਟਿਸਟ ਦੀ ਮਤਲਬ ਐਟਲੀਸਟ ਇਹ ਤਾਂ ਹੈ ਕਿ ਥੀਏਟਰ ਆਰਟਿਸਟ ਨੂੰ ਇੱਕ ਰਿਸਪੈਕਟ ਮਿਲਣ ਲੱਗੀ ਹੈ। ਕਿਉਂਕਿ ਬਹੁਤ ਸਮਾਂ ਪਹਿਲਾਂ ਜੇ ਮੈਂ ਆਪਣੀ ਗੱਲ ਕਰਾਂ ਤਾਂ ਅਸੀਂ ਸੱਚੀ ਮੁੱਚੀ ਨਾ ਪਰਦੇ ਚੋਂ ਏਦਾਂ ਚੱਕ ਕੇ ਦੇਖਦੇ ਹੁੰਦੇ ਸੀ ਬਾਹਰ ਕੋਈ ਆ ਗਿਆ ਕਿ ਨਹੀਂ,
ਵੀ ਅਸੀਂ 10 ਕੁ ਬੰਦੇ ਬੈਠੇ ਅਸੀਂ ਨਾਟਕ ਸ਼ੁਰੂ ਕਰੀਏ ਕਿ ਨਾ ਕਰੀਏ। ਸੋ ਏਦਾਂ ਦਾ ਹਾਲਾਤ ਹੁੰਦੇ ਸੀ ਜਦੋਂ ਮੈਂ ਸ਼ੁਰੂ ਕੀਤਾ ਸੀ, ਉਦੋਂ ਤਾਂ ਏਦਾਂ ਹੀ ਸੀਗਾ। ਪਰ ਅੱਜ ਦੀ ਡੇਟ ਦੇ ਵਿੱਚ ਸਾਨੂੰ ਦਰਸ਼ਕ ਖੁਦ ਪੁੱਛਦੇ ਨੇ ਕਿ ਤੁਸੀਂ ਨੈਕਸਟ ਕਿਹੜਾ ਪਲੇ ਦਿਖਾ ਰਹੇ ਹੋ, ਹਨਾ। ਤਾਂ ਥੀਏਟਰ ਆਰਟਿਸਟ ਫਿਲਮਾਂ ਤੱਕ ਪਹੁੰਚੇ ਨੇ, ਥੀਏਟਰ ਆਰਟਿਸਟ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜੀਆਂ ਵੈਬ ਸੀਰੀਜ਼ ਹੁਣ ਅੱਜ ਕੱਲ੍ਹ ਬਣਨ ਲੱਗੀਆਂ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਮੌਕੇ ਮਿਲ ਰਹੇ ਨੇ। ਔਰ ਮੈਨੂੰ ਬਹੁਤ ਮਾਣ ਹੈ ਇਸ ਗੱਲ ਦਾ ਕਿ ਮੈਂ ਥੀਏਟਰ ਨੂੰ ਦੇ ਬਦੌਲਤ ਹੀ ਕੰਮ ਕਰ ਰਹੀ ਹਾਂ। ਮੈਨੂੰ ਸਾਰੇ ਕਹਿੰਦੇ ਨੇ ਕਿ ਤੂੰ ਥੀਏਟਰ ਨੂੰ ਜ਼ਿਆਦਾ ਟਾਈਮ ਦਿੰਦੀ ਹੈ, ਫਿਲਮਾਂ ਵੱਲ ਘੱਟ ਧਿਆਨ ਦਿੰਦੀ ਹੈ। ਦੇਖੋ ਬੇਸਿਕਲੀ ਇਹ ਹੈ ਕਿ ਜਿਹੜਾ ਥੀਏਟਰ ਹੈ ਮੇਰਾ ਤਾਂ ਉਹ ਬੇਸ ਹੈ। ਮੈਂ ਜੇ ਟੀਵੀ ਤੱਕ ਪਹੁੰਚੀ ਹਾਂ ਤਾਂ ਥੀਏਟਰ ਕਰਕੇ ਪਹੁੰਚੀ ਹਾਂ, ਫਿਲਮਾਂ ਤੱਕ ਪਹੁੰਚੀ ਹਾਂ ਤਾਂ ਥੀਏਟਰ ਕਰਕੇ ਪਹੁੰਚੀ ਹਾਂ। ਔਰ ਮੈਂ ਜਿਸ ਕਰਕੇ ਜੋ ਵੀ ਕੁਝ ਕਦੇ ਅਚੀਵ ਕੀਤਾ ਹੁੰਦਾ ਮੈਂ ਕਦੇ ਉਸ ਨੂੰ ਨਹੀਂ ਭੁੱਲ ਸਕਦੀ। ਸੋ ਮੈਨੂੰ ਖੁਸ਼ੀ ਹੈ ਇਸ ਗੱਲ ਦੀ, ਮੈਨੂੰ ਮਾਣ ਵੀ ਹੈ ਇਸ ਗੱਲ ਦਾ ਕਿ ਮੈਂ ਥੀਏਟਰ ਆਰਟਿਸਟ ਦੇ ਤੌਰ ਤੇ ਜਾਣੀ ਵੀ ਜਾਂਦੀ ਹਾਂ ਮੇਰੇ ਆਪਣੇ ਫੀਲਡ ਦੇ ਵਿੱਚ, ਫਿਲਮ ਜਗਤ ਦੇ ਵਿੱਚ ਵੀ। ਔਰ ਅੱਜ ਦੀ ਡੇਟ ਦੇ ਵਿੱਚ ਥੀਏਟਰ ਆਰਟਿਸਟ ਸਾਰੇ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਕਰ ਰਹੇ ਨੇ ਫਿਲਮ ਜਗਤ ਦੇ ਵਿੱਚ। ਜੀ ਜੀ, ਕੋਈ ਡਾਇਲੌਗ ਜਿਹੜਾ ਦਿਲ ਦੇ ਬਹੁਤ ਕਰੀਬ ਹੋਵੇ ਜਿਹੜਾ ਮੈਂ ਤੁਹਾਡੇ ਤੋਂ ਸੁਣ ਸਕਾਂ, ਕਿਉਂਕਿ ਇਸ ਵਕਤ ਤੇ ਪਲੇ ਤਾਂ ਦੇਖਣ ਨਹੀਂ ਆ ਸਕਦੇ, ਪਰ ਇਸ ਵਕਤ ਤੁਹਾਡੇ ਤੋਂ ਇੰਨਾ ਹੀ ਮੰਗ ਸਕਦੀ ਹਾਂ ਮੈਂ। ਬਿਲਕੁਲ ਬਿਲਕੁਲ, ਮੈਂ ਆਪਣੇ ਇੱਕ ਨਾਟਕ ਨਟੀ ਵਿਨੋਦਨੀ ਦੇ ਵਿੱਚੋਂ ਹੀ ਤੁਹਾਨੂੰ ਇੱਕ ਦੋ ਲਾਈਨਾਂ ਸ਼ੇਅਰ ਕਰਦੀ ਹਾਂ। ਕਦੇ ਅੰਬਰ ਕਲਾਵੇ ਵਿੱਚ, ਕਦੇ ਬਸ ਕਿਣਕੇ ਮਾਤਰ ਹਾਂ। ਕਦੇ ਅੰਬਰ ਕਲਾਵੇ ਵਿੱਚ, ਕਦੇ ਬਸ ਕਿਣਕੇ ਮਾਤਰ ਹਾਂ। ਤੂੰ ਕਾਲੀ ਰਾਤ ਦਾ ਸੂਰਜ, ਮੈਂ ਧੁੰਦਲੀ ਲੋਹ ਦੀ ਕਾਤਰ ਹਾਂ। ਜੀਣ ਦੀ ਆਰਜ਼ੂ ਕੁਰਬਾਨ ਕਰਕੇ ਜੀ ਨਹੀਂ ਹੁੰਦਾ, ਜੋ ख्वाबां ਦੇ ਖੰਭ ਦੇਵੇ, ਜਿਉਂਦੀ ਰੰਗਮੰਚ ਖਾਤਰ ਹਾਂ। ਥੈਂਕ ਯੂ। ਤੇ ਮੈਨੂੰ ਲੱਗਦਾ ਹੈ ਕਿ ਇਹ ਗੱਲ ਵੀ ਸੱਚ ਹੈ ਕਿ ਤੁਸੀਂ ਜੀ ਹੀ ਰੰਗਮੰਚ ਕਰਕੇ ਰਹੇ ਹੋ। ਜੀ ਬਿਲਕੁਲ। ਨਵੇਂ ਬੱਚੇ ਥੀਏਟਰ ਨੂੰ ਕਿਸ ਤਰ੍ਹਾਂ ਨਾਲ ਲੈ ਰਹੇ ਨੇ ਜੀ, ਕਿਉਂਕਿ ਬਹੁਤ ਸਾਰੇ ਲੋਕ ਪਹਿਲਾਂ ਹੁੰਦਾ ਸੀਗਾ ਕਿ ਥੀਏਟਰ ਤੁਹਾਡਾ ਪਾਰਟ ਟਾਈਮ ਹੁੰਦਾ ਸੀ। ਹੁਣ ਬਹੁਤ ਸਾਰੇ ਬੱਚੇ ਮੈਂ ਦੇਖੇ ਜਿਹੜੇ ਮੇਨ ਸਟ੍ਰੀਮ ਥੀਏਟਰ ਵਾਲੀ ਸਾਈਡ ਨੂੰ ਜਾ ਰਹੇ ਆ। ਮੇਬੀ ਉਹਨਾਂ ਦਾ ਟੀਚਾ ਫਿਲਮ ਇੰਡਸਟਰੀ 'ਚ ਜਾਣਾ ਹੋਵੇ, ਟਾਰਗੇਟ ਕੋਈ ਵੀ ਹੋਵੇ, ਪਰ ਉਹ ਇੰਨੇ ਕੁ ਸਮਝਦਾਰ ਹੈ ਕਿ ਉਹਨਾਂ ਨੂੰ ਪਤਾ ਕਿ ਉਹਨਾਂ ਨੇ ਰਾਹ ਕਿਹੜੀ ਫੜਨੀ ਹੈਗੀ, ਉਹਨਾਂ ਨੇ ਜਾਣਾ ਥੀਏਟਰ ਥਰੂ ਹੈਗਾ। ਸੋ ਜਿਹੜੇ ਮੇਨ ਸਟ੍ਰੀਮ ਦੇਖ ਰਹੇ ਨੇ ਥੀਏਟਰ ਨੂੰ, ਉਹਨਾਂ ਵਾਸਤੇ ਕੀ ਕਹੋਗੇ ਕਿ ਇਹ ਫਾਇਦੇ ਵਾਲੀ ਗੱਲ ਹੈਗੀ ਆ ਜਾਂ ਨਹੀਂ ਹੈਗੀ? ਇਹ ਤੁਸੀਂ ਬੜੀ ਦੁੱਖ ਦੀ ਰਗ ਤੇ ਹੱਥ ਰੱਖਿਆ। ਦੇਖੋ ਥੀਏਟਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜੱਦੋ-ਜਹਿਦ ਹੈ ਜੀ, ਬਹੁਤ ਔਖਾ ਕੰਮ ਹੈ। ਥੀਏਟਰ ਦੇ ਵਿੱਚ ਉਸ ਲੈਵਲ ਦਾ ਪੈਸਾ ਨਹੀਂ ਹੈ ਜਿਸ ਲੈਵਲ ਦੀ ਅੱਜ ਕੱਲ੍ਹ ਸਭ ਦੀ ਡਿਮਾਂਡ ਹੁੰਦੀਆਂ ਨੇ। ਬਹੁਤ ਜੂਝਣਾ ਪੈਂਦਾ ਹੈ ਥੀਏਟਰ ਵਾਸਤੇ, ਪਰ ਫਿਰ ਵੀ ਥੀਏਟਰ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਕੰਮ ਕਰ ਰਹੇ ਨੇ। ਔਰ ਮੇਰੇ ਕੋਲ ਖਾਸ ਕਰਕੇ ਜਿਸ ਤਰ੍ਹਾਂ ਮੈਂ ਇੱਕ ਐਕਟਿੰਗ ਸਕੂਲ ਚਲਾ ਰਹੀ ਹਾਂ ਹੁਣ 2 ਸਾਲਾਂ ਤੋਂ, ਅਸੀਂ ਇੱਕ ਛੋਟੀ ਜਿਹੀ ਇੱਕ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਬੱਚੇ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਥੋੜ੍ਹਾ ਸਹੀ ਢੰਗ ਨਾਲ ਉਹਨਾਂ ਨੂੰ ਇੱਕ ਰਾਹ ਦਿਖਾਇਆ ਜਾਵੇ ਤਾਂ ਕਿ ਉਹ ਫੇਕ ਲੋਕਾਂ ਤੋਂ ਬਚ ਸਕਣ ਔਰ ਇੰਡਸਟਰੀ ਦੇ ਵਿੱਚ ਬਹੁਤ ਇਮਾਨਦਾਰੀ ਨਾਲ ਕੰਮ ਕਰ ਸਕਣ। ਔਰ ਅਸੀਂ ਮੇਰੇ ਕੋਲ ਬੱਚੇ ਆਉਂਦੇ ਨੇ, ਸੁਚੇਤਕ ਸਕੂਲ ਆਫ ਐਕਟਿੰਗ ਦੇ ਨਾਮ ਦੇ ਉੱਤੇ ਅਸੀਂ ਚਲਾ ਰਹੇ ਹਾਂ। ਤਾਂ ਬੱਚੇ ਆਉਂਦੇ ਤਾਂ ਸਭ ਦਾ ਟਾਰਗੇਟ ਤਾਂ ਮੈਨੂੰ ਪਤਾ ਕਿ ਉਹਨਾਂ ਦਾ ਟਾਰਗੇਟ ਸਿੱਧਾ ਫਿਲਮ ਤੱਕ ਜਾਣ ਦਾ ਹੈ। ਔਰ ਇਹ ਕੋਈ ਮਾੜਾ ਵੀ ਨਹੀਂ ਹੈ, ਮੈਂ ਇਸਨੂੰ ਗਲਤ ਨਹੀਂ ਮੰਨਦੀ, ਲੇਕਿਨ ਇੰਨਾ ਜ਼ਰੂਰ ਹੈ ਕਿ ਇੱਕ ਜਿਹੜੀ ਸ਼ੁਰੂਆਤ ਹੁੰਦੀ ਹੈ ਤੁਹਾਡੀ ਉਹ ਥੀਏਟਰ ਤੋਂ ਹੀ ਹੋ ਸਕਦੀ ਹੈ। ਤੁਹਾਡਾ ਰਿਆਜ਼ ਹੈ ਜਿਹੜਾ ਫਿਲਮ ਜਗਤ ਦੇ ਵਿੱਚ ਜਾਣਦੇ ਹੋਏ ਉਹ ਥੀਏਟਰ ਦੇ ਵਿੱਚ ਹੀ ਪੋਸੀਬਲ ਹੈ। ਜੇ ਤੁਸੀਂ ਪਰਫੈਕਟ ਐਕਟਰ ਬਣ ਕੇ ਜਾਂਦੇ ਹੋ ਦੈਨ ਤੁਹਾਡੇ ਲਈ ਬਹੁਤ ਰਾਹ ਖੁੱਲਦੇ ਨੇ ਅੱਗੇ, ਹੈ ਨਾ। ਪਰਫੈਕਸ਼ਨ, ਹਾਲਾਂਕਿ ਪਰਫੈਕਸ਼ਨ ਤਾਂ ਮੈਂ ਮੰਨਦੀ ਹਾਂ ਕਿ ਲੰਬੇ ਸਮੇਂ ਤੱਕ ਚੱਲਦੀ ਰਹਿੰਦੀ ਹੈ ਨਾਲ। ਅੱਜ ਵੀ ਅਸੀਂ ਆਪਣੇ ਆਪ ਨੂੰ ਪਰਫੈਕਟ ਨਹੀਂ ਮੰਨਦੇ, ਕੰਟੀਨਿਊਟੀ 'ਚ ਤੁਸੀਂ ਕੰਮ ਕਰਦੇ ਜਾਓਗੇ ਤਾਂ ਤੁਹਾਨੂੰ ਬਹੁਤ ਕੁਛ ਮਿਲਦਾ ਜਾਏਗਾ। ਪਰ ਫਿਰ ਵੀ ਇੱਕ ਇੰਨਾ ਜ਼ਰੂਰ ਕਹਾਂਗੀ ਕਿ ਜਿਹੜੇ ਥੀਏਟਰ ਕਰਨਾ ਚਾਹੁੰਦੇ ਨੇ ਜਾਂ ਜਿਹੜੇ ਫਿਲਮ ਜਗਤ ਦੇ ਵਿੱਚ ਜਾਣਾ ਚਾਹੁੰਦੇ ਨੇ ਉਹ ਥੀਏਟਰ ਨਾਲ ਖਿਲਵਾੜ ਨਾ ਕਰਨ। ਥੀਏਟਰ ਆਪਣੇ ਆਪ ਦੇ ਵਿੱਚ ਇੱਕ ਪੂਜਾ ਹੈ। ਥੀਏਟਰ ਆਪਣੇ ਆਪ ਦੇ ਵਿੱਚ ਕਲਾਕਾਰ ਵਾਸਤੇ ਮੈਂ ਕਹਿੰਦੀ ਹਾਂ ਕਿ ਮੇਰਾ ਮੰਚ, ਮੇਰਾ ਮੰਦਿਰ, ਮੇਰੇ ਮਸਜਿਦ, ਮੇਰਾ ਗੁਰਦੁਆਰਾ, ਮੇਰਾ ਸਭ ਕੁਝ ਮੇਰਾ ਰੰਗਮੰਚ ਹੈ, ਕਿਉਂਕਿ ਉਹਦੇ ਜ਼ਰੀਏ ਤੁਸੀਂ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਹੋ। ਔਰ ਥੀਏਟਰ ਨਾਲ ਕਦੀ ਖਿਲਵਾੜ ਨਾ ਕਰਨਾ। ਥੀਏਟਰ ਆਪਣੇ ਆਪ ਦੇ ਵਿੱਚ ਤੁਹਾਨੂੰ ਸੰਪੂਰਨ ਇਨਸਾਨ ਬਣਾਉਂਦਾ ਹੈ। ਜੀ, ਸੋਲੋ ਪਲੇਸ ਜਿਹੜੇ ਨੇ ਉਹ ਕਿੰਨੇ ਕੁ ਡਿਫਿਕਲਟ ਹੁੰਦੇ ਨੇ ਕਰਨੇ, ਬਿਕਾਜ਼ ਕੋਈ ਇੱਕ ਇਨਸਾਨ ਬੋਲ ਰਿਹਾ ਹੈ, ਉਸ ਦੇ ਅੰਦਰ ਹਜ਼ਾਰਾਂ ਇਮੋਸ਼ਨਸ ਚੱਲ ਰਹੇ ਨੇ, ਤੇ ਇੱਕ ਇਕੱਲੇ ਬੰਦੇ ਨੂੰ ਵਾਸਤੇ ਆਡੀਅנס ਕਲੈਕਟ ਕਰਨਾ
ਤੇ ਉਹਨੂੰ ਮਤਲਬ ਕਿ ਵਿੱਚ ਥੋੜਾ ਜਿਹਾ ਵੀ ਡਰੈਗ ਨਾ ਕਰੇ, ਕਿਉਂਕਿ ਅੱਜ ਕੱਲ ਲੋਕੀ ਚੈਨਲ ਹੀ ਮਿੰਟ ਚ ਚੇਂਜ ਕਰ ਦਿੰਦੇ ਆ, ਸੋ ਆਦਤ ਵੀ ਉਹੀ ਪੈ ਗਈ ਹੈ ਕਿ ਕੁਰਸੀ ਤੋਂ ਉੱਠ ਕੇ ਚਲੇ ਜਾਣਾ। ਸੋ ਹਾਊ ਡਿਫਿਕਲਟ ਇਜ਼ ਦੈਟ ਕਿ ਲੋਕਾਂ ਨੂੰ ਬੰਨ ਕੇ ਰੱਖਣਾ ਇੱਕ ਸੋਲੋ ਪਲੇ ਦੇ ਵਿੱਚ? ਸੋਲੋ ਪਲੇ ਚ ਔਖਾ ਕੰਮ ਹੈ ਜੀ, ਨੋ ਡਾਊਟ ਕਿ ਕਿਉਂਕਿ ਇੱਕ ਕਲਾਕਾਰ ਨੇ ਸਵਾ ਘੰਟਾ ਘੰਟਾ 2 ਘੰਟੇ ਜਿੰਨੀ ਦੇਰ ਵੀ ਕੰਮ ਕਰਨਾ ਬਹੁਤ ਮੁਸ਼ਕਿਲ ਹੈ। ਔਰ ਮੇਰੀ ਕੋਸ਼ਿਸ਼ ਇਹ ਕਾਮਯਾਬ ਰਹੀ ਹੈ ਕਿਉਂਕਿ ਮੈਂ ਪਹਿਲਾ ਜਿਹੜਾ ਸੋਲੋ ਪਲੇ ਕੀਤਾ ਸੀ ਚਿੜੀ ਦੀ ਅੰਬਰ ਵੱਲ ਉਡਾਣ, ਉਹ ਸੀਗਾ ਸਿਰਫ 30 ਮਿੰਟ ਦਾ, ਅੱਧੇ ਘੰਟੇ ਦੀ ਪ੍ਰੋਡਕਸ਼ਨ ਸੀ। ਔਰ ਉਸ ਤੋਂ ਬਾਅਦ ਮੈਂ ਪਲੇ ਕੀਤਾ ਮਨ ਮਿੱਟੀ ਦਾ ਬੋਲਿਆ, ਉਹ ਸਵਾ ਘੰਟੇ ਦੀ ਪ੍ਰੋਡਕਸ਼ਨ ਹੈ। ਇੱਕ ਹੋਰ ਪਲੇ ਮੈਂ ਦਿੱਲੀ ਰੋਡ ਤੇ ਹਾਦਸਾ ਕੀਤਾ ਸੀ, ਪੌਣੇ 2 ਘੰਟੇ ਦੀ ਪ੍ਰੋਡਕਸ਼ਨ ਸੀ। ਤਾਂ ਔਖਾ ਕੰਮ ਹੁੰਦਾ ਹੈ, ਪਰ ਕਲਾਕਾਰ ਦੇ ਜ਼ਰੀਏ, ਇੱਕ ਹੀ ਕਲਾਕਾਰ ਦੇ ਜ਼ਰੀਏ ਮੰਚ ਦੇ ਉੱਤੇ ਕੁਝ ਸੀਨ ਉੱਭਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਦੀ ਜਿਹੜੀ ਉਹ ਉਤਸੁਕਤਾ ਹੈ ਉਹ ਬਣੀ ਰਹੇ। ਲੋਕੀ ਤੁਹਾਨੂੰ ਸਿਰਫ ਲੈਕਚਰ ਦਿਓਗੇ ਤੁਸੀਂ ਤਾਂ ਲੋਕੀ 15-20 ਮਿੰਟ ਸੁਣਨਗੇ, ਅੱਧਾ ਘੰਟਾ ਸੁਣਨਗੇ, ਉਸ ਤੋਂ ਬਾਅਦ ਨਹੀਂ ਸੁਣਨਗੇ। ਜੀ 2 ਘੰਟੇ ਬਿਠਾਉਣਾ, ਪੌਣੇ 2 ਘੰਟੇ, ਸਵਾ ਘੰਟਾ ਬਿਠਾਉਣਾ ਤੁਸੀਂ, ਤਾਂ ਤੁਹਾਨੂੰ ਕੁਝ ਇਹੋ ਜਿਹਾ ਕ੍ਰੀਏਟ ਕਰਨਾ ਪੈਣਾ ਮੰਚ ਦੇ ਉੱਤੇ ਜਿਹੜਾ ਕਿ ਲੋਕਾਂ ਨੂੰ ਬੰਨ ਕੇ ਰੱਖ ਸਕੇ। ਮੈਂ ਜਿਸ ਤਰ੍ਹਾਂ ਮਨ ਮਿੱਟੀ ਦਾ ਬੋਲਿਆ ਨਾਟਕ ਕੀਤਾ ਸੀਗਾ, ਤਾਂ ਉਹਦੇ ਵਿੱਚ ਮੇਰੇ 4 ਅਲੱਗ-ਅਲੱਗ ਕਹਾਣੀਆਂ ਨੇ ਤੇ ਚਾਰੇ ਕਿਰਦਾਰ ਬਿਲਕੁਲ ਵੱਖਰੇ ਨੇ। ਜੀ ਸੋ ਉਹ ਨਾਟਕ ਨੂੰ ਲੋਕਾਂ ਨੇ ਐਕਸੈਪਟ ਕੀਤਾ ਹੈ, ਲੋਕਾਂ ਨੇ ਪਸੰਦ ਕੀਤਾ ਹੈ। ਮੈਂ ਉਹਦੇ ਕੈਨੇਡਾ ਦੇ ਵਿੱਚ ਵੀ ਸ਼ੋਅ ਕੀਤੇ ਹੈ, ਇੰਗਲੈਂਡ 'ਚ ਤਾਂ ਮੈਂ ਉਹਦੇ 15 ਸ਼ੋਅ ਕਰ ਚੁੱਕੀ ਹਾਂ, ਔਰ ਪੰਜਾਬ ਦੇ ਵਿੱਚ ਵੀ ਕਾਫੀ ਸ਼ੋਅਜ਼ ਹੋ ਚੁੱਕੇ ਨੇ ਉਹਦੇ। ਔਰ ਚਿੜੀ ਦੀ ਅੰਬਰ ਵੱਲ ਉਡਾਨ ਜਿਹੜੀ ਮੇਰਾ ਪਹਿਲਾ ਐਕਸਪੈਰੀਮੈਂਟ ਸੀਗਾ ਸੋਲੋ ਨਾਟਕ ਨੂੰ ਲੈ ਕੇ, ਉਸ ਨਾਟਕ ਦੇ 120 ਸ਼ੋਅ ਹੋ ਚੁੱਕੇ ਨੇ। ਔਰ ਇਹ ਇੱਕੋ ਇੱਕ ਪਹਿਲਾ ਨਾਟਕ ਹੈ ਜਿਹਦੇ ਸੋਲੋ ਨਾਟਕ ਦੇ ਇੰਨੇ ਸ਼ੋਅਜ਼ ਹੋਣਾ। ਸੋ ਔਖਾ ਜ਼ਰੂਰ ਹੈਗਾ, ਪਰ ਜੇ ਤੁਸੀਂ ਕਰਨਾ ਚਾਹੋ ਤਾਂ ਔਖਾ ਕੁਝ ਵੀ ਨਹੀਂ, ਸਭ ਕੁਝ ਸੌਖਾ ਹੋ ਜਾਂਦਾ ਹੈ। ਜੀ ਮੇਰਾ ਬਸ ਆਖਰੀ ਸਵਾਲ ਇਹੀ ਹੈ, ਮੈਂ ਬਹੁਤ ਜ਼ਿਆਦਾ ਵਕਤ ਨਹੀਂ ਲਊਂਗੀ। ਥੀਏਟਰ ਬਦਲਿਆ ਜਾਂ ਕਵਾਂ ਥੀਏਟਰ ਬਦਲ ਗਿਆ? ਥੀਏਟਰ ਪਹਿਲਾਂ ਨਾਲੋਂ ਬਹੁਤ ਬਦਲਿਆ ਜੀ, ਬਿਲਕੁਲ। ਥੀਏਟਰ ਨੇ ਇੱਕ ਆਪਣੇ, ਮੈਨੂੰ ਲੱਗਦਾ ਕਿ ਥੀਏਟਰ ਦਾ ਭਵਿੱਖ ਸੁਨਹਿਰੀ ਹੈ, ਪਰ ਡੈਡੀਕੇਟਡ ਲੋਕਾਂ ਦੇ ਸਿਰ ਤੇ ਹੀ ਖੜਾ ਥੀਏਟਰ। ਜਿੰਨੇ ਡੈਡੀਕੇਟਡ ਲੋਕ ਥੀਏਟਰ ਦੇ ਵਿੱਚ ਆ ਰਹੇ ਨੇ, ਉਹ ਸੱਚਮੁੱਚ ਇਸ ਦਾ ਭਵਿੱਖ ਬਦਲ ਰਹੇ ਨੇ। ਪੰਜਾਬ ਦੇ ਵਿੱਚ ਗੁਰਸ਼ਨ ਭਾਜੀ ਨੇ ਇੱਕ ਲਹਿਰ ਚਲਾਈ ਸੀ ਪੰਜਾਬ ਦੇ ਪਿੰਡ-ਪਿੰਡ ਜਾ ਕੇ ਰੰਗਮੰਚ ਕਰਨ ਦੀ, ਤੇ ਅੱਜ ਦੀ ਡੇਟ ਦੇ ਵਿੱਚ ਬਹੁਤ ਰੰਗਕਰਮੀ ਨੇ ਇਹੋ ਜਿਹੇ ਜਿਹੜੇ ਕੰਮ ਕਰ ਰਹੇ ਨੇ। ਕੇਵਲ ਧਾਲੀਵਾਲ ਜੀ ਜਿਹੜੇ NSD ਤੋਂ ਪਾਸ ਆਊਟ ਨੇ, ਉਹ ਬਹੁਤ ਲੰਬੇ ਸਮੇਂ ਦੇ ਲਈ ਤੋਂ ਸਿਰਫ ਥੀਏਟਰ ਦੇ ਨਾਲ ਜੁੜੇ ਹੋਏ ਨੇ, ਉਹ ਫਿਲਮ ਜਗਤ ਦੇ ਵਿੱਚ ਵੀ ਕੰਮ ਨਹੀਂ ਕਰ ਰਹੇ। ਔਰ ਪੰਜਾਬ ਦੇ ਵਿੱਚ ਹੀ ਨਹੀਂ, ਮੈਂ ਕਹਿੰਦੀ ਹਾਂ ਪੂਰੇ ਹਿੰਦੁਸਤਾਨ ਦੇ ਵਿੱਚ ਰੰਗਮੰਚ ਦੀ ਜਿਹੜੀ ਇੱਕ ਲਹਿਰ ਹੈ ਉਹ ਬਹੁਤ ਅੱਗੇ ਵਧੀ ਹੈ, ਔਰ ਮੈਨੂੰ ਉਮੀਦ ਹੈ ਕਿ ਇਸ ਤੋਂ ਵੀ ਅੱਗੇ ਜਾਏਗੀ ਜਿਸ ਦਿਨ ਸਾਡਾ ਰੰਗਮੰਚ ਹੈ ਜਿਹੜਾ ਉਹ ਖੁਦ ਆਪਣੇ ਪੈਰਾਂ ਤੇ ਖੜਾ ਹੋਏਗਾ। ਮੈਮ ਆਨਲਾਈਨ ਥੀਏਟਰ ਮਤਲਬ ਕਦੀ ਸੋਚਿਆ ਇਸ ਬਾਰੇ ਵਿੱਚ? ਤੁਸੀਂ ਕਿਹਾ ਕਿ ਤੁਸੀਂ ਆਪਣੇ ਪਲੇਸ ਜਿਹੜੇ ਆ ਤੁਸੀਂ, ਕਿਉਂਕਿ ਇਸ ਵਕਤ ਦੇ ਉੱਤੇ ਚਾਰਾ ਹੀ ਇਹੀ ਸੀ ਕਿ ਆਨਲਾਈਨ ਪਾਇਆ ਜਾਏ, ਪਰ ਤੁਹਾਨੂੰ ਲੱਗਦਾ ਨਹੀਂ ਕਿ ਤਕਨੀਕ ਕਿਤੇ ਉਹਨਾਂ ਗਰਾਊਂਡਸ ਨੂੰ ਕਿਤੇ ਖਾ ਹੀ ਨਾ ਜਾਏ? ਨਹੀਂ ਜੀ, ਮੈਂ ਇਹ ਨਹੀਂ ਮੰਨਦੀ। ਇਹ ਤਾਂ ਸਿਰਫ ਹਾਲਾਤ ਇਹੋ ਜਿਹੇ ਸੀਗੇ। ਮੈਂ ਹਾਲਾਂਕਿ ਪਰਸਨਲੀ ਫਿਊਚਰ ਦੀ ਵੀ ਗੱਲ ਕਰ ਰਹੀ ਹਾਂ ਕਿ ਜਿਵੇਂ ਅੱਜ ਕੱਲ ਬੱਚੇ ਜਿਹੜੇ ਨੇ, ਜਿਹੜੇ ਸਟੈਂਡ ਅਪ ਐਕਟਸ ਕਰਦੇ ਨੇ, ਸਾਰਾ ਕੁਝ ਕਰਦੇ ਨੇ, ਉਹ ਕਰਦੇ ਹੀ ਤਾਂ ਕਰਕੇ ਆ ਬਿਕਾਜ਼ ਕਿ ਉਹਨਾਂ ਨੇ YouTube ਤੇ ਚੜਾਉਣੇ ਆ ਜਾਂ ਕਿਸੇ ਹੋਰ ਸਾਈਟ ਤੇ ਚੜਾਉਣੇ ਆ, ਪਰ ਉਹ ਜਿਹੜੀ ਥੀਏਟਰ ਦੀ ਖੁਸ਼ਬੂ ਆ ਕਿਤੇ ਉਹ ਦੂਰ, ਉਤੋਂ ਦੂਰ ਤੇ ਨਹੀਂ ਹੋ ਜਾਣੀ। ਦੇਖੋ, ਜਿਹੜੀ ਮੈਂ ਅੱਜ ਕੱਲ ਸੋਸ਼ਲ ਮੀਡੀਆ, ਟਿਕਟੌਕ ਹੈ, YouTube ਹੈ, ਬਹੁਤ ਸਾਰੇ ਦੇ ਉੱਤੇ ਮੈਨੂੰ ਲੱਗਦਾ ਕਿ ਖਾਸ ਕਰਕੇ ਟਿਕਟੌਕ ਨੇ ਤਾਂ ਬਹੁਤ ਸਾਰੇ ਆਰਟਿਸਟਾਂ ਬਣਾ ਦਿੱਤੇ, ਨਵੇਂ ਪੈਦਾ ਕਰ ਦਿੱਤੇ ਬਹੁਤ ਸਾਰੇ ਆਰਟਿਸਟ। ਔਰ ਜੋ ਲਾਈਵ ਥੀਏਟਰ ਹੈ ਨਾ, ਹਾਂਜੀ ਤੁਸੀਂ ਕਰਦੇ ਹੋ ਟਿਕਟੌਕ? ਨੋ ਜੀ ਨੋ, ਮੇਰਾ ਬਲਕਿ ਮੇਰੀ ਇੱਕ ਸ਼ੂਟਿੰਗ ਦੇ ਉੱਤੇ ਮੇਰੀ ਇੱਕ ਆਰਟਿਸਟ ਨੇ ਮੇਰਾ ਅਕਾਊਂਟ ਬਣਾ ਦਿੱਤਾ ਸੀਗਾ, ਕਹਿੰਦੀ ਮੈਮ ਇਹਦੇ ਤੇ ਵੀ ਕਰਿਆ ਕਰੋ। ਮੈਂ ਕਿਹਾ ਮੈਨੂੰ ਤਾਂ ਕਰਨਾ ਹੀ ਨਹੀਂ ਆਉਂਦਾ। ਮੈਂ ਸੱਚਮੁੱਚ ਲਾਕਡਾਊਨ ਦੇ ਦੌਰਾਨ ਮੈਂ ਬਹੁਤ ਕੁਝ YouTube ਨੂੰ ਸਮਝਿਆ ਚੰਗੀ ਤਰ੍ਹਾਂ, ਸੋਸ਼ਲ ਮੀਡੀਆ ਨੂੰ ਚੰਗੀ ਤਰ੍ਹਾਂ ਸਮਝਿਆ, ਔਰ ਮੈਂ ਐਡੀਟਿੰਗ ਵੀ ਕੀਤੀ। ਮੈਨੂੰ ਐਡੀਟਿੰਗ ਨਹੀਂ ਕਰਨੀ ਆਉਂਦੀ। ਇਹਨਾਂ ਦਿਨਾਂ ਦੇ ਵਿੱਚ ਮੈਂ ਮੇਰੀਆਂ ਪੁਰਾਣੇ ਨਾਟਕ ਬਹੁਤ ਸਾਰੇ ਪਏ ਹੋਏ ਨੇ ਜਿਹੜੇ ਕਿ ਮੈਂ ਕਰਨਾ ਚਾਹੁੰਦੀ ਸੀ, ਖਾਸ ਕਰਕੇ ਜਿਹੜਾ ਕੁਆਰੰਟਾਈਨ ਥੀਏਟਰ ਫੈਸਟੀਵਲ ਕੀਤਾ, ਤੇ ਲਾਸਟ ਜਿਹੜਾ 2 ਨਾਟਕ ਮੇਰੇ ਕੋਲੇ ਇੱਕ ਫਾਰਮੈਟ 'ਚ ਪਏ ਸੀ ਜਿਹੜੇ ਮੈਂ ਅਪਲੋਡ ਕਰ ਸਕਦੀ ਸੀ। ਇੱਕ ਨਾਟਕ ਜਿਹੜਾ ਮੈਂ ਪਾਉਣਾ ਚਾਹੁੰਦੀ ਸੀ ਉਹ ਇੱਕ ਫਾਰਮੈਟ ਦੇ ਵਿੱਚ ਨਹੀਂ ਸੀਗਾ ਜਿਹੜਾ ਕਿ ਠੀਕ ਢੰਗ ਨਾਲ ਉਹਦੇ ਤੇ ਪੈ ਸਕਦਾ। ਹੁਣ ਉਸ ਟਾਈਮ ਦੌਰਾਨ ਮੈਂ ਕਿਸੇ ਤੋਂ ਕੁਝ ਨਹੀਂ ਸੀ ਕਰਵਾ ਸਕਦੀ ਔਰ ਖੁਦ ਹੀ ਕਰਨਾ ਪੈਣਾ ਸੀ, ਪਰ ਮੈਂ ਕਮਿਟ ਕਰ ਚੁੱਕੀ ਸੀ ਲੋਕਾਂ ਨਾਲ ਕਿ ਮੈਂ ਸ਼ਾਮ ਨੂੰ 8 ਵਜੇ ਉਹਨੂੰ ਪਾਉਂਗੀ। ਤਾਂ ਮੈਨੂੰ ਬੜਾ ਹੀ ਔਖਾ ਲੱਗਿਆ ਕਿ ਹੁਣ ਮੈਂ ਕੀ ਕਰਾਂ। ਮੈਂ ਕਮਿਟ ਕੀਤਾ ਹੋਇਆ ਲੋਕਾਂ ਨਾਲ। ਮੈਂ, ਤੁਸੀਂ ਮੰਨੋਗੇ, ਮੈਂ ਸਵੇਰੇ ਦੁਪਹਿਰੇ 1 ਵਜੇ ਤੋਂ ਲੈ ਕੇ
अगले दिन सवेरे 6 वजे तक ये सारा सर्च करती रही, सारी रात जागी मैं। और मैनू अगले दिन जाके शाम नू मैनू मैं घंटे के लिए जरूर 6 वजे जरूर मैं डिगी बैड ते घंटे के लिए, और उस तो बाद मैं फिर शुरू हो गई, मैं लब के सब कुछ सर्च करके मैं उन्होंने ठीक ढंग नाल एक फाइल बना के उन्होंने अपलोड किया। सो उस बाद मेरा इंटरस्ट जाग गया कि मैनू ये खुद ही सीखना पैना। सो एडिटिंग भी मैं इन्हां दिनां दे विच करन दी कोशिश की है। लाइव थिएटर है जिहड़ा वो लाइव ही प्रभाव पाउंदा है। ਉਹ ਕਦੀ ਵੀ ਇਸ ਤਰ੍ਹਾਂ ਨਾਟਕ ਦੇਖਣਾ, ਮੈਂ ਖੁਦ ਨਹੀਂ ਮੰਨਦੀ ਕਿ ਕਿਸੇ ਵੀ ਨਾਟਕ ਨੂੰ, ਮੈਨੂੰ ਬਹੁਤ ਸਾਰੇ ਲੋਕਾਂ ਨੇ ਹਮੇਸ਼ਾ ਕਿਹਾ ਕਿ ਤੁਸੀਂ ਆਪਣੇ ਨਾਟਕਾਂ ਨੂੰ ਸਾਨੂੰ YouTube ਦੇ ਜ਼ਰੀਏ ਸਾਨੂੰ ਦਿਖਾ ਦਿਆ ਕਰੋ। ਮੈਂ ਕਹਿੰਦੀ ਹਾਂ ਕਿ ਥੀਏਟਰ ਪਹਿਲਾਂ ਹੀ ਬਹੁਤ ਘਾਟੇ ਦਾ ਸੌਦਾ ਹੈ। ਅਸੀਂ ਫ੍ਰੀ ਥੀਏਟਰ ਕਰਦੇ ਹਾਂ ਤੁਹਾਡੇ ਲਈ, ਅਸੀਂ ਕੋਈ ਪੈਸਾ ਨਹੀਂ ਲੈਂਦੇ, ਅਸੀਂ ਖੁਦ ਆਪਣੀਆਂ ਜੇਬਾਂ ਚੋਂ ਖਰਚ ਕੇ ਜਾਂ ਛੋਟੀ ਮੋਟੀ ਕਿਸੇ ਸਪਾਂਸਰਸ਼ਿਪ ਦੇ ਨਾਲ ਨਾਟਕ ਕਰਦੇ ਹਾਂ। ਤਾਂ ਕੀ ਕਲਾਕਾਰ ਦਾ ਇੰਨਾ ਵੀ ਹੱਕ ਨਹੀਂ ਹੈ ਕਿ ਦਰਸ਼ਕ ਚੱਲ ਕੇ ਖੁਦ ਤੁਹਾਡੇ ਹਾਲ ਦੇ ਵਿੱਚ ਆਵੇ ਤੇ ਫਿਰ ਉਹ ਨਾਟਕ ਦੇਖੇ? ਅਸੀਂ ਤਾਂ ਸਿਰਫ ਇਹੀ ਮੰਗਦੇ ਹਾਂ ਨਾ। ਤਾਂ ਇਸ ਕਰਕੇ ਮੈਂ ਸਹਿਮਤ ਨਹੀਂ ਹੈਗੀ ਕਿ ਪੂਰਾ ਨਾਟਕ ਨੂੰ YouTube ਦੇ ਜ਼ਰੀਏ ਦਿਖਾਇਆ ਜਾਵੇ, ਪਰ ਇਹ ਕੁਝ ਹਾਲਾਤ ਇਹੋ ਜਿਹੇ ਸੀਗੇ ਤਾਂ ਮੈਨੂੰ ਲੱਗਿਆ ਕਿ ਹੁਣ ਇਹੀ ਇੱਕ ਤਰੀਕਾ ਬੈਸਟ ਹੈ। ਪਰ ਜਿਨ੍ਹਾਂ ਨੇ ਲਾਈਵ ਥੀਏਟਰ ਦੇਖਣਾ ਉਹ ਲਾਈਵ ਹੀ ਦੇਖਣਗੇ। ਜੀ ਤੁਸੀਂ ਇਸ ਤਰ੍ਹਾਂ ਹੀ ਹੱਸਦੇ ਰਹੋ, ਤੁਸੀਂ ਹੱਸਦੇ ਬਹੁਤ ਸੋਹਣੇ ਲੱਗਦੇ ਹੋ, ਆਪਦਾ ਧਿਆਨ ਰੱਖੋ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ, ਟੇਕ ਕੇਅਰ। ਓਕੇ ਜੀ, ਸਤਿ ਸ਼੍ਰੀ ਅਕਾਲ।